राग गौड़ी रविदास जी के पदे। गौड़ी ग्वारेरी एक ओंकार सतनाम करता पुरख गुर प्रसाद। मेरी संगत पोच सोच दिन राती। मेरा कर्म कुटिलता जन्म कुभांति। मेरी संगत पोच सोच दिन राती। मेरा कर्म कुटिलता जन्म कुभांति। राम गोसैया जी के जीवना। मोहे ना बिसारहो मैं जन तेरा। रहाओ मेरी हरहो विपत। जन करहो सुपाई। चरण ना छाडो शरीर कल जाई। कहो रविदास परों तेरी शांभा। बेग मिलाओ जन कर ना बिलंभा। कहो रविदास परों तेरी सांभा। बेग मिलो जन कर ना बिलंभा। वाहेगुरु जी का खालसा वाहेगुरु जी की फतेह। परम सन्मानयोग जुगो जुग अटल चवर छतर ते तखत दे मालक बाणी के बोहेत सर्ब सांझी वालता दे प्रतीक शब्द गुरु दसां ही पातशाहियां दी जोत। धन 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 श्री गुरु ग्रंथ साहिब महाराज जी दी पावन पवित्र हजूरी। गुरुद्वारा दमदमा साहिब पातशाही पहली पातशाही छेवीं महान पवित्र इतिहासक स्थान ते विराजमान और यात्रा कर रही बहुत ही सन्मानयोग गुरु स्वरूप गुरु की साजी नवाजी साध संगत जी। वडभागे हो जो अमृत वेले दी साम संभाल करदियां होयां नींदर आलस आदि दा तर्क त्याग करके उद्यमी बनदियां होयां गुरु चरनां विच पहुँच के आप जी ने गुरु सवारियां तो नितनेम दियां बाणियां दा पाठ उपरंत आशा की वार दे शब्द कीर्तन सरवण करके लाहे प्राप्त कीते हन। गुरुदेव आप सारियां संगतां दियां हाज़रियां तिल फुल सेवावां भेटावां अपने दर प्रवान करन।
ਸਭਨਾਂ ਨੂੰ ਦਰੋ ਕਰੋ ਨਾਮਦਾਨ, ਗੁਰਸਿੱਖੀ ਜੀਵਨ ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਖਸ਼ਿਸ਼ ਕਰਨ। ਸਾਧ ਸੰਗਤ, ਪ੍ਰਾਤः ਕਾਲ ਸੁਬਾਹ ਸਮੇਂ ਸਿਰ ਉੱਠ ਕੇ ਸੰਭਾਲ ਕਰਨੀ, ਹੌਸਲਾ ਹੋਰ ਬੁਲੰਦ ਹੋਵੇ, ਚਾਹ ਹੋਰ ਵਧੇ ਸਵੇਰੇ ਉੱਠਣ ਦਾ। ਮੈਨੂੰ ਇੱਕ ਘਟਨਾ ਸ਼ੇਖ ਸ਼ਾਦੀ ਸਾਹਿਬ ਦੇ ਜੀਵਨ ਚੋਂ ਚੇਤਾ ਆਈ ਹੈ। ਸ਼ੇਖ ਸ਼ਾਦੀ ਕਹਿੰਦਾ ਹੈ ਵੀ ਬੰਦੇ, ਜੇ ਤੂੰ ਚਾਹੁੰਦਾ ਹੈ ਨਾ ਵੀ ਤੈਨੂੰ ਸਾਰਾ ਦਿਨ ਕਿਸੇ ਅੱਗੇ ਆਜ਼ਜ਼ ਨਾ ਹੋਣਾ ਪਵੇ, ਤੈਨੂੰ ਕਿਸੇ ਦੀ ਮਥਾਜੀ ਨਾ ਹੋਵੇ। ਪ੍ਰਾਤਨ ਗੁਰਸਿੱਖ ਨਾ ਅਰਦਾਸ ਜਦੋਂ ਕਰਦੇ ਸਨ ਤਾਂ ਉਹਦੇ 'ਚ ਇੱਕ ਸ਼ਬਦ ਇਹ ਵੀ ਹੁੰਦਾ ਸੀ, ਟੱਕ ਪੜਦੇ ਰੱਖ ਲਾਜ, ਨਾ ਕਰੀ ਕਿਸੇ ਦਾ ਮੁਹਤਾਜ, ਕਰੀ ਮੁਹਤਾਜ ਜਿਹਦੇ ਨੇਤਰਾਂ 'ਚ ਲਾਜ। ਜੇ ਤੂੰ ਚਾਹੁੰਦਾ ਵੀ ਮੈਂ ਕਿਸੇ ਦਾ ਮੁਹਤਾਜ ਨਾ ਹੋਵਾਂ, ਮੈਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਤੇ ਤੈਨੂੰ ਕਹਿੰਦੇ ਮੈਂ ਇੱਕ ਜੁਗਤ ਦੱਸਣਾ, ਇੱਕ ਤਰੀਕਾ ਦੱਸਣਾ, ਤੂੰ ਮੰਗਤਾ ਨਹੀਂ ਦਾਤਾ ਬਣ ਜਾਏਗਾ। ਆਖਣ ਲੱਗੇ ਕਿਵੇਂ? ਸ਼ੇਖ ਸ਼ਾਦੀ ਕਹਿਣ ਲੱਗਾ, ਅੰਮ੍ਰਿਤ ਵੇਲੇ ਉੱਠ ਕੇ ਥੋੜੀ ਦੇਰ ਲਈ ਰੱਬ ਦੇ ਦਰਬਾਰ ਤੇ ਮੰਗਤਾ ਬਣ ਜਿਆ ਕਰ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਉਹਦੇ ਦਰ ਅੱਗੇ ਝੋਲੀ ਅੱਡਦੇ ਨੇ, ਉਹਨਾਂ ਨੂੰ ਫਿਰ ਕਿਸੇ ਹੋਰ ਦਰ ਅੱਗੇ ਝੋਲੀ ਨਹੀਂ ਅੱਡਣੀ ਪੈਂਦੀ। ਇਹ ਬਰਕਤ ਅੰਮ੍ਰਿਤ ਵੇਲੇ ਦੀ ਹੈ। ਹਰ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹਿ ਨਿਖੁੱਟੈ ਨਾਹੀ। ਅੰਮ੍ਰਿਤ ਵੇਲੇ ਜਿਹੜਾ ਬੀਜਿਆ ਜਾਂਦਾ ਨਾ, ਉਹ ਜ਼ਿਆਦਾ ਉੱਗਦਾ ਹੈ। ਕਿਉਂ ਜ਼ਿਆਦਾ ਉੱਗਦਾ ਹੈ ਜੀ? ਪੈਲੀ ਵੱਤਰ ਹੋਵੇ ਤੇ ਬੀਜ ਦਾ ਦਾਣਾ ਦਾਣਾ ਉੱਗ ਪੈਂਦਾ। ਪੈਲੀ ਦਾ ਵੱਤਰ ਖੁਸ਼ਕ ਹੋ ਜਾਏ ਨਾ, ਸਾਧ ਸੰਗਤ, ਖੁਸ਼ਕ, ਮੇਰਾ ਖੇਤੀ ਨਾਲ ਵਾਹ ਰਿਹਾ, ਮੈਂ ਕਿਸਾਨ ਫੈਮਿਲੀ ਨੂੰ ਬਿਲੋਂਗ ਕਰਨਾ। ਜਦੋਂ ਵੱਤਰ ਖੁਸ਼ਕ ਹੋ ਜਾਏ ਤੇ ਪੁੱਛਣਾ, ਬਾਪੂ ਵੱਤਰ ਖੁਸ਼ਕ ਹੋ ਗਿਆ, ਹੁਣ ਕੀ ਕਰੀਏ? ਉਹਨੇ ਕਹਿਣਾ, ਪੁੱਤਰਾ ਜਿੱਥੇ ਮਣ ਵੀ ਪਾਣਾ ਸੀ ਹੁਣ 1.5 ਮਣ ਪਾ, ਤਾਂ ਮਣ ਜਿੰਨਾ ਉੱਗੇਗਾ। ਤੇ ਜੇ ਵੱਤਰ ਸਿਰ ਬੀਜ ਲਈਏ ਤੇ ਫਿਰ ਉਹ ਕਹਿੰਦੇ ਸਨ ਮਣ ਤੋਂ ਕੋਈ 2-4 ਕਿਲੋ ਘੱਟ ਵੀ ਹੈ ਤੇ ਚੱਲ ਜਾਏਗਾ। ਦਾਣਾ ਦਾਣਾ ਉੱਗ ਪੈਂਦਾ। ਪਿਆਰਿਓ, ਜਿਹੜਾ ਆਹ ਵੇਲਾ ਹੈ ਨਾ, ਇਦੋਂ ਵੀ ਥੋੜਾ ਜਿਹਾ ਹੋਰ ਸਵਖਤੇ, ਇਸ ਵੇਲੇ ਦੀ ਬੜੀ ਬਰਕਤ ਹੈ। ਇਹ ਭਾਗਾਂ ਵਾਲਿਆਂ ਦੇ ਹਿੱਸੇ ਵਿੱਚ ਆਉਂਦਾ ਹੈ। ਅਧਿਆਤਮਕਵਾਦ ਨੂੰ ਜੇ ਥੋੜੀ ਦੇਰ ਅਸੀਂ ਪਾਸੇ ਰੱਖ ਕੇ ਵੀ ਗੱਲ ਕਰੀਏ ਤੇ ਮੈਡੀਕਲ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ ਵੀ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ, ਉਹ ਕਵੇਲੇ ਉੱਠਣ ਵਾਲਿਆਂ ਦੇ ਮੁਕਾਬਲੇ ਵਿੱਚ ਤੰਦਰੁਸਤ ਰਹਿੰਦੇ ਨੇ। ਕਿਉਂਕਿ ਰਾਤ 10-11 ਵਜੇ ਤੱਕ ਆਖਰ ਹੱਦ ਲੋਕ ਵਿਚਰਦੇ ਨੇ, ਉਦੋਂ ਬਾਅਦ ਲੋਕ ਸ਼ਾਂਤ ਹੋ ਜਾਂਦੇ ਨੇ, ਟ੍ਰੈਫਿਕ ਰੁਕ ਜਾਂਦੀ ਹੈ, ਕਾਰਖਾਨੇ ਬੰਦ ਹੋ ਜਾਂਦੇ ਨੇ, ਸਾਰੇ ਅਦਾਰੇ ਬੰਦ ਹੋ ਜਾਂਦੇ ਨੇ। ਲਿਹਾਜ਼ਾ ਥੋੜੀ ਜੀ ਬ੍ਰਹਿਮੰਡ ਵਿੱਚ ਸ਼ਾਂਤੀ ਹੁੰਦੀ ਹੈ, ਵਾਤਾਵਰਨ ਸਵੱਛ ਹੁੰਦਾ ਹੈ, ਔਰ ਜਿਹੜੇ ਪਹਿਲਾਂ ਸਾਰਿਆਂ ਤੋਂ ਉੱਠ ਪੈਂਦੇ ਨੇ ਉਹਨਾਂ ਨੂੰ ਸਾਰਿਆਂ ਤੋਂ ਸਵੱਛ ਆਕਸੀਜਨ ਵਿੱਚ ਸਾਹ ਲੈਣ ਦਾ ਅਵਸਰ ਪ੍ਰਾਪਤ ਹੋ ਜਾਂਦਾ ਹੈ। ਅੰਮ੍ਰਿਤ ਵੇਲੇ ਉੱਠਣ ਵਾਲੇ ਦੁਨਿਆਵੀ ਕੰਮ ਵੀ ਦੂਜਿਆਂ ਦੇ ਮੁਕਾਬਲੇ ਤੇ ਛੇਤੀ ਨੇਪਰੇ ਚਾੜ ਲੈਂਦੇ ਨੇ। ਹੁਣ ਜਿੰਨੇ ਕੁ ਤੁਸੀਂ ਸੰਗਤ ਵਿੱਚ ਬੈਠੇ ਹੋ ਜਾਂ ਬੀਬੀਆਂ ਬੈਠੀਆਂ ਨੇ, ਹੁਣ ਇਹਨਾਂ ਬੀਬੀਆਂ ਦਾ ਕੰਮ ਪੈਂਡਿੰਗ ਥੋੜਾ ਹੋਵੇਗਾ। ਜਿਹੜੀਆਂ ਗੁਰਦੁਆਰੇ ਉੱਠ ਕੇ ਇਸ਼ਨਾਨ ਪਾਨ ਕਰਕੇ ਆਈਆਂ ਨੇ, ਕੁਝ ਨਾ ਕੁਝ ਕਿਚਨ ਦਾ ਕੰਮ ਨਿਬੇੜ ਕੇ ਆਈਆਂ ਨੇ, ਔਰ ਜਿੰਨੇ ਚਿਰ ਨੂੰ ਦੂਜੀਆਂ ਨੇ ਅੱਖਾਂ ਮਲਣੀਆਂ ਨੇ, ਇਹਨਾਂ ਨੇ ਝੱਪਦੇ ਹੀ ਬਾਕੀ ਦਾ ਕੰਮ ਜਾ ਕੇ ਪਾਸੇ ਕਰ ਦੇਣਾ, ਕਿਉਂਕਿ ਸਰੀਰ ਐਕਟਿਵ ਹੋ ਗਿਆ। ਸਰੀਰ ਨੂੰ ਐਕਟਿਵ ਹੋਣ ਨੂੰ ਵੀ 10-20 ਮਿੰਟ, ਅੱਧਾ ਘੰਟਾ ਲੱਗਦਾ। ਅਧਿਆਤਮਕਵਾਦ ਦੀ ਗੱਲ ਕਰੀਏ, ਧਾਰਮਿਕ ਫੀਲਡ ਦੀ ਗੱਲ ਕਰੀਏ, ਤੇ ਧਾਰਮਿਕ ਫੀਲਡ ਵਿੱਚ ਤੇ ਨਾ ਸਿਰਫ ਸਿੱਖੀਜ਼ਮ ਨੇ, ਗੁਰਬਾਣੀ ਨੇ, ਬਲਕਿ ਹਰ ਕੌਮ ਨੇ ਅੰਮ੍ਰਿਤ ਵੇਲੇ ਦੀ ਗੱਲ ਕੀਤੀ ਹੈ। ਸ਼ੇਖ ਸਾਹਿਬ ਇਸਲਾਮ ਨੂੰ ਹੀ ਬਿਲੋਂਗ ਕਰਦੇ ਨੇ, ਫਰੀਦ ਸਾਹਿਬ, ਉਹ ਵੀ ਰਾਤ ਦੇ ਪਿਛਲੇ ਪਹਿਰ ਦਾ ਮਹੱਤਵ ਦੱਸਦੇ ਨੇ। ਝਿੜਕ ਮਾਰ ਕੇ ਕਹਿੰਦੇ ਨੇ, ਪਿਛਲ ਰਾਤ ਨਾ ਜਾਗਿਓ ਜੀ ਵੰਦੜੇ ਮੋਇਓ। ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਤੋ ਪ੍ਰੇਮੀਓ, ਇਹ ਖੁਸ਼ਾਮਦ ਨਹੀਂ, ਇਹ ਮੈਂ ਤੁਹਾਨੂੰ ਸੱਚਾਈ ਦੱਸਣਾ ਵੀ ਅੰਮ੍ਰਿਤ ਵੇਲੇ ਉੱਠਣਾ, ਸੰਗਤ ਵਿੱਚ ਆਉਣਾ, ਔਰ ਫਿਰ ਸੰਗਤ ਵਿੱਚ ਆ ਕੇ ਬਾਣੀ ਨਾਲ ਜੁੜਨਾ। ਜਾਗਦਾ ਤੇ ਉੱਲੂ ਵੀ ਹੈ, ਜਾਗਦੇ ਡਰਾਈਵਰ ਵੀ ਨੇ, ਜਾਗਦੇ ਚੋਰ ਵੀ ਨੇ, ਜਾਗਦੇ ਜੇਬ ਕਤਰੇ ਵੀ ਨੇ,
पर उन्हां दा जागना होर है, तुहाडा जागना की है? जागना जागण नीका हर कीर्तन में जागना, ये जागना सफल है। सो महाराज किरपा करके तुहाडी सेवा काल थाएं पाउण, दरों करो सारियां नूं नामदान गुरसिੱਖੀ जीवन, अपने चरना कमलों की प्रीत प्रतीत, बाणी पढ़न सुनन कंठ करन दा चाह, सारियां नूं महाराज 9/9 काया दे रोगता दी दात बख्शिश करन, ताकि तुसी इसे प्रकार आउण वाले समय विच भी गुरु बख्शिश दे पात्र बनते रहो। उपरंत आप जी ने हुणे हुणे दास पासों जो एक पवित्र शब्द सरवण कीता है, ये पवित्र शब्द भगत रविदास जी का उचारण किया होया राग गौड़ी गुआरेरी विच श्री गुरु ग्रंथ साहब महाराज जी दे पावन अंग 345 दे उत्ते ये दर्ज है। 3, 4 ते 5 345 और शब्द का सरलेख है राग गौड़ी चेती बाणी नामदेव जियो की। क्षमा करना, राग गौड़ी रविदास जी के पदे गौड़ी गुआरेरी। आओ आप इस पदे का विचार करिए। उस तो पहला बेनती है भी आप सारिया ने एकाग्रता की दात बख्शिश करनी, बचन बिलास करन तो गुरेज करना। जितने भी शरीर संगत विच बैठे हो जां हौली हौली ये जिहड़ा यूट्यूब ते फेसबुक ते चैनल है ये नाल भी जान पछाण संगतां दी हो जाएगी। SMZ न्यूज़ राहीं घरां विच बैठे जिहड़े प्रेमी जुड़े है उन्हां नूं भी बेनती है भाई सुरत टिका के एकाग्रता नाल आओ, शब्द नाल जुड़िए। मन की एकाग्रता ते रसना की पवित्रता वास्ते एक बार सारे किरपा करो प्यार नाल गुरमंत्र उचारण करो ते आखो जी सतनाम श्री, फिर आखो जी सतनाम श्री। गुरु रूप साध संगत जी, राग गौड़ी रविदास जी के पदे आम तौर ते जिहड़ा सबजैक्ट हुंदा है ना, हैडिंग हुंदा है, ਉਹਦੇ ਵਿੱਚ एक पदे, 2 पदे, 3 पदे, 4 पदे, 5 पदे, अष्टपदी इदां लिखिया हुंदा है। इत्थे सिर्फ पदे लिखिया है, ना तो लिखिया 2 पदे ने, ना लिखिया 3 पदे ने, ना लिखिया 4 पदे जां अष्टपदी। क्यों इदां लिखिया? इहदी एक वजह है। की वजह है? हुण इन्हां पदियां दे हैडिंग थल्ले एक शब्द ते वे 3 पदियां दा, दूसरा शब्द फिर 3 पदियां दा है। ये 2 शब्द हो गए भगत रविदास जी दे। तीजा शब्द जिहड़ा बड़ा मशहूर शब्द है घाटा घट डूगर कणो, ये शब्द फिर 4 पदियां दा है। फिर उदू अगला शब्द फिर 3 पदियां दा है, और उदू अगला शब्द जिहड़ा है वो 8 पदियां दा है। यानी एक 8 पदियां दा है, एक 4 पदियां दा है, और बाकी दे जिहड़े 4 शब्द ने वो 3-3 पदियां दे। 2, 3, 4 ते 5 कुल 5 शब्द ने। एक 8 पदियां दा है, एक 4 पदियां दा है, और 3 शब्द क्षमा करना वो 3-3 पदियां दे ने। सरलेख कॉमन जिहा लिख दिता है पदे, कुछ पदे 3 पदियां वाला है, एक 4 वाला है, एक 8 वाला है, इसलिए कॉमन लिख दिता पदे। जुड़े रहा जे। गौड़ी गुआरेरी कीर्तन करने वाले गुरमुखां नूं हदायत है भी इनू गौड़ी गुआरेरी विच गायन करना है। और मंगला चरण विच हजूर ने लिखवाया एक ओंकार सतनाम करता पुरख गुर प्रसाद। वाहिगुरु एक है, लगातार है, व्यापक है, वो आप भी सत है, उसका नाम भी सत है। जिहड़ा सत है, मैं अक्सर बेनती करना फिर मैं रिवाइज कर दियां, जिथों आया है उत्थे इहदा उचारण ने सत्य, सस्सा अद्धा तत्ता यया सत्य। हुण जिहड़ा सत्य है ये सच दे अर्थां विच नहीं, जिहड़ा झूठ दे विपरीत सच हुंदा है वो सच नहीं। फिर ये सच किहड़ा है? ये है जिहड़ा कदी नाश नहीं हुंदा, अविनाशी, आद सच, जुगाद सच,
है पी सच नानक होसी पी सच। जिन्हों भगत कबीर साहब पिछे कह के आए ने, ओंकार आद मैं जाना, लिख अर मेटे ताहे ना माना। जिहड़ा ओंकार है और आदि है, मैं उन्होंने मानना वा। लिख अर मेटे किसी चीज़ नूं लिखना ते मिटा देना, भाव इंसान नूं पहला परमात्मा बनांदा है फिर मिटांदा है। इस करके जिन्हों बनाया जाता है तो फिर मिटाया जाता, मैं उन्होंने नहीं मानता। ओंकार आद मैं जाना, मैं एक ओंकार नूं मानना वा। जिहड़ा आउण गा जाण दे चक्कर विच पिया, मैं उन्होंने नहीं मानता। लिख अर मेटा ताहे ना माना। ओंकार लिखे जो कोई, जे उस ओंकार नूं कोई लिख लै फिर वो एक नाल ही जुड़ जाता है। तो वो परमात्मा जो सत्य है, जिसका नाम ही अविनाशी है, वो क्रिएटर है, करता है। ये सारा दिसदा जगत उसे ने बनाया होया है। कबीर साहब एक थां ते फिलासफर नूं, किसी पंडित नूं पुछदे ने ना, जिहड़ा कबीर नूं बड़ा गया गुजरिया जा समझदा है। थोड़े दिन पहला मेरी किसी नाल गल हो रही सी, ते वो गल दे विच PhD का जिक्र कर रहा सी। PhD बहुत वड्डी डिग्री है। हुण हुंदा की है, कुछ थीसिस हुंदे ने। मान लिया किसी बंदे ने, कोई कहंदा जी मैं गुरु नानक देव यूनीवर्सिटी चों भगत सूरदास की जिन्नी भी बाणी है गुरु ग्रंथ साहब की, उहदे उत्ते मैं PhD कर ली। ध्यान दिया जी, है कि शोशेबाजी की है। जिन्नी भी बाणी है ना गुरु ग्रंथ साहब च भगत सूरदास की, उहदे उत्ते मैं गुरु नानक देव यूनीवर्सिटी चों PhD कर ली है। उन्होंने पूछिए भी तैनूं पता बाणी किन्नी है? छाड़ मन हर बमूखन को संग डन। ਇਹਦੇ ਤੇ PhD कर ली, किन्ना कुछ जोर लगता जी। हुण ਉਹਦੇ ਨਾਂ ਦੇ ਨਾਲ ਥੱਲੇ P ਵੱਡਾ H ਵੱਡਾ ਤੇ D ਵੱਡੀ ਪਾਇਆ, ਇਹ PhD है। ਉਹਨੇ 5-7 ਵਾਰ ਮੈਨੂੰ ਡਰਾਇਆ। ਮੈਨੂੰ ਫਿਰ ਬੇਨਤੀ ਕਰਨੀ ਪਈ, ਮੈਂ ਕਿਹਾ ਗੁਰਮੁਖਾ PhD ਮੁਬਾਰਕ ਹੈ। ਅੱਜ ਜਿਨ੍ਹਾਂ ਨੂੰ ਤੁਸੀਂ ਅਨਪੜ੍ਹ ਜਿਹਾ ਸਮਝਦੇ ਹੋ ਨਾ, ਗ੍ਰੰਥੀਆਂ ਨੂੰ, ਇਹਨਾਂ ਨੂੰ ਰੋਜ਼ ਇੱਕ ਥੀਸਿਸ ਲਿਖਣਾ ਪੈਂਦਾ ਜੇ। ਤੁਸੀਂ ਤੇ ਇੱਕ ਥੀਸਿਸ ਲਿਖ ਕੇ PhD ਬਣ ਜਾਂਦੇ ਹੋ ਨਾ, ਇੱਥੇ ਦਿਹਾੜੀ 'ਚ ਕਈ ਵਾਰ 5-5 ਥੀਸਿਸ ਲਿਖਣੇ ਪੈਂਦੇ ਨੇ। ਇੱਥੇ ਜਿਹੜੇ ਆਡੀਅנס ਬੈਠੇ ਨੇ ਉਹ ਵੀ ਤੁਹਾਡੇ PhD ਨੂੰ ਪਰਾਂ ਕਰਦੇ ਨੇ, ਇੰਨਾ ਉਹਨਾਂ ਨੂੰ ਗਿਆਨ ਹੋ ਜਾਂਦਾ ਸੁਣ ਸੁਣ ਕੇ। ਮੈਂ ਵੇਖਿਆ, ਮੈਨੂੰ ਸ਼ੌਂਕ ਹੈ, ਵੱਡੇ ਵੱਡੇ ਸੈਮੀਨਾਰਾਂ ਵਿੱਚ ਮੈਂ ਜਾਣਾ, ਜੇ ਮੇਰਾ ਵਾਹ ਲੱਗੇ ਤੇ ਵਾਈਸ ਚਾਂਸਲਰ ਜਿਹੜੇ ਨਾ ਯੂਨੀਵਰਸਿਟੀਆਂ ਦੇ, ਉਹਨਾਂ ਨੇ ਵੀ ਲੈਕਚਰ ਸਟੈਂਡ ਤੇ ਆਪਣੇ ਪੁਆਇੰਟ ਲਿਖ ਕੇ ਰੱਖੇ ਹੁੰਦੇ ਨੇ। ਪਾਦਰੀਆਂ ਨੂੰ ਵੀ ਮੈਂ ਵੇਖਿਆ ਲਿਖ ਕੇ ਰੱਖਿਆ ਹੁੰਦਾ, ਮੌਲਾਨੇ ਵੀ ਲਿਖ ਕੇ ਬੈਠੇ ਹੁੰਦੇ ਨੇ। ਸਿਰਫ ਇੱਕ ਸਿੱਖੀਜ਼ਮ ਦਾ ਗ੍ਰੰਥੀ ਹੈ ਜਿਹਨੂੰ ਕਿਹਾ ਜਾਂਦਾ ਵੀ ਜੋ ਬੋਲਣਾ ਜ਼ਬਾਨੀ ਬੋਲ, ਔਰ ਉਹ ਬੋਲਦਾ ਤਾ ਉਮਰ ਬੋਲਦਾ, ਔਰ ਕਿਤਨਾ ਕੁਝ ਜ਼ਬਾਨੀ ਯਾਦ ਹੈ। ਮੈਂ ਇੱਕ ਘਟਨਾ ਤੁਹਾਨੂੰ ਇੱਥੇ ਸੁਣਾ ਦਿਆਂ। ਸਿੱਖ ਕੌਮ ਦੀ ਬਹੁਤ ਹੀ ਮਾਇਆ ਨਾਜ ਹਸਤੀ ਸਰਦਾਰ ਗੁਰਚਰਨ ਸਿੰਘ ਟੌੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚਲਾਣਾ ਕਰ ਗਏ ਨੇ। ਗਿਆਨੀ ਸਾਹਿਬ ਸਿੰਘ ਮਾਰਕੰਡੇ ਵਾਲੇ, ਤੁਸੀਂ ਉਹਨਾਂ ਦਾ ਨਾਂ ਸੁਣਿਆ ਹੋਣਾ ਹੈ। ਗੁਰਬਾਣੀ ਦੇ ਉਹਨਾਂ ਨੂੰ ਸਕਾਲਰ ਕਿਹਾ ਜਾ ਸਕਦਾ ਹੈ। ਕਥਾ ਕਰਨ ਨਾ ਕਥਾ ਤੇ ਸਵਾਦ ਲੈ ਲੈ ਕੇ, ਰਸ ਲੈ ਲੈ ਕੇ, ਆਨੰਦ ਲੈ ਲੈ ਕੇ। ਇਹ ਥੋੜਾ ਜਿਹਾ ਗੱਲ ਨੂੰ ਸਮਝਿਆ ਜੇ। ਮੇਰੀ ਸਾਰੀ ਉਮਰ ਇਸ ਫੀਲਡ 'ਚ ਲੰਘ ਗਈ। ਜੇ ਤਿਆਰੀ ਨਹੀਂ ਨਾ ਤੇ ਉਹਨੂੰ ਟੈਨਸ਼ਨ ਹੁੰਦੀ ਹੈ ਵੀ ਮੈਨੂੰ ਆਹ ਗੱਲ ਨਾ ਵਿਸਰ ਜਾਏ, ਮੈਂ ਇੱਥੇ ਕੀ ਬੋਲਣਾ, ਇੱਥੇ ਕੀ। ਉਹ ਹੁਣ ਜਿਹੜਾ ਬੰਦਾ ਆਪ ਅਸਹਿਜ ਵਿੱਚ ਹੈ, ਟੈਨਸ਼ਨ ਵਿੱਚ ਹੈ, ਉਹ ਅਗਾਂਹ ਰਸ ਕਿਵੇਂ ਬਣੇਗਾ? ਉਹ ਉਖੜਿਆ ਹੋਇਆ ਵਿਚਾਰਾ। ਹੁਣ ਇੰਨਾ ਕੁਝ ਕੰਠ ਹੈ, ਇੰਨਾ ਅਭਿਆਸ ਹੈ ਵੀ ਸਵਾਦ ਲੈ ਲੈ ਕੇ, ਰਸ ਲੈ ਲੈ ਕੇ। ਬੜੇ ਤੁਰੰਤਰ ਵਿਦਵਾਨ ਨੇ। ਉਹਨਾਂ ਨੂੰ ਟੌੜਾ ਸਾਹਿਬ ਕਹਿਣ ਲੱਗੇ ਵੀ ਤੁਹਾਨੂੰ ਦਰਬਾਰ ਸਾਹਿਬ ਲਗਾਉਣਾ ਹੈ, ਸਿੰਘ ਸਾਹਿਬ ਲਾਣਾ ਤੁਹਾਨੂੰ। ਉਹ ਕਹਿਣ ਲੱਗੇ ਵੀ ਮੇਰਾ ਫੀਲਡ ਉੱਥੇ ਮਾਰਕੰਡੇ ਬਹੁਤ ਹੈ, ਸੰਗਤਾਂ ਨਾਲ ਪ੍ਰੇਮ ਪਿਆਰ ਹੈ, ਮੇਰੇ ਕੋਲ ਵੇਲ ਕੋ ਨਹੀਂ, ਔਰ ਮੈਂ ਤੁਹਾਨੂੰ ਕੋਈ ਸਿੰਘ ਹੋਰ ਦੇ ਦੇਣਾ ਵਾ। ਉਹਨਾਂ ਨੇ ਬਾਅਦ 'ਚ ਆਪਣਾ ਇੱਕ ਵਿਦਿਆਰਥੀ ਦਿੱਤਾ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਗਿਆਨੀ ਜਗਤਾਰ ਸਿੰਘ ਜੀ, ਜਿਹੜੇ ਹੈੱਡ ਗ੍ਰੰਥੀ ਨੇ ਅੱਜ ਕੱਲ੍ਹ, ਐਡੀਸ਼ਨਲ ਹੈੱਡ ਗ੍ਰੰਥੀ ਨੇ ਦਰਬਾਰ ਸਾਹਿਬ ਦੇ। ਉਹ ਗਿਆਨੀ ਸਾਹਿਬ ਸਿੰਘ ਦੇ ਵਿਦਿਆਰਥੀ ਨੇ ਮਾਰਕੰਡੇ ਵਾਲਿਆਂ ਦੇ। ਪਰ ਟੌੜਾ ਸਾਹਿਬ ਕਹਿਣ ਲੱਗੇ ਵੀ ਨਹੀਂ, ਤੁਹਾਨੂੰ ਰੱਖਣਾ ਹੈ, ਚਲੋ
बांह तो फड़ के अंदर लै गए। आ थोड़ी जी फार्मैलिटी ये कर लो कि ये साडे टीम है एक, तो पाठ तुहाडे कोल सुणेगी। वो कहण लगे जी सुन लो। जिस वेले कमरे विच गए तो जिन्हां ने सुनना सी वो तो महाराज दा जिवें प्रकाश इस तरह बह गए गोल, तो उन्होंने जगह छड़ दी भी इत्थे आके बवो, तो सामने बह गए। वो कह लगे जी तुसी इत्थे तुसी पाठ सुनाना है। वो कह लगे मैं इत्थों ही सुनांगा। पता की होया, ज्ञानी जी कह लगे भी तुसी गुरु ग्रंथ साहब दे किसी भी अंग तो उपरों एक पंक्ति पढ़ दिओ, बाकी सारा पन्ना मैं इत्थे बैठ के तुहानूं सुनावांगा। उन्हें आख्या चलो वेख लईए भी सच्ची मुच्ची अवस्था। उन्हें वेख्या, चैक किया, इन्ना कुछ जुबानी कंठ है। कला गुरु ग्रंथ साहब नहीं, होर रचनावां बहुत कंठ ने। हुण कई बार ये जिहड़ियां डिगरियां ने ना, डिगरी का प्रभाव तो पैंदा है, पर अज दा जिवें दा एजुकेशन का युग है ना, कोई मैनूं बहुता महत्व नहीं लग। मेरे एक दोस्त ने श्रोमणी गुरुद्वारा प्रबंधक कमेटी चो बतौर हैड ग्रंथी मेरे मित्र सन। मैं मोती बाग पटियाले कथा करन गया, तो समा विच कीर्तन दा सी, ते मैनूं वो कहन लगे भी अजे घंटा कीर्तन होना, गर्मी बड़ी सी, ते मेरे कमरे च एसी लगा होया, तुसीं उत्थे जल पानी छक लो, बह जाओ। मैं चला गया, गल्लां बातां चलियां। मैनूं कहन लगा भी तुहानूं एक तुहाडे नाल मैं एक गल करनी। मैं दसो। आखन लगा भी बेटे नूं मैं पहलां ते रिलीजीअस दी BA कराई है, फिर MA कराई है, फिर PhD भी करा दी है। मैं कहा जी बड़ा चंगा कराया। आखन लगा पर समस्या ये आ रही है। मैं कहा जी की आ रही है? कह लगे भी जिथे मेरी जान पछाण है समागमां विच मैं उन्होंने भेजना वा, एक बारी जांदा दूजी वारी कोई सादा ही कोई नहीं। मैं कहा भी उन्हें PhD जो की हुई तां नहीं कोई सादा, PhD की ईगो भी हो जाती है ना। तो यकीन जाने इत्थे रोज़ एक PhD करनी पैंदी है, एक थीसिस रोज़ लिख। ये गल वक्री भी कौम नूं ये गल अजे समझ नहीं आई। और आहिस्ता आहिस्ता ना मैनूं ये महसूस हुंदा है, तुसीं हुण बाइक लै लो, बाइक लै लो और सर्वे करो सारे गुरुद्वारियां दा। गुरुद्वारे पां करते हैं, खाली ने। उहदियां कई वजह ने। एक वजह उहदी ये है बई असी बड़ा जोर दिता जी इलैक्ट्रोनिक मीडिया आना चाहिए जी, घरां च कथा जानी चाहिए, वो घर विच प्रोवाइड होण लग पिया। वो कहंदे भी चलो घर आनंद लै लो। दूजा ये सी बई कथा विच जिन्नी मेहनत है वो मेहनत बहुत ज़्यादा है। जिहड़े बंदे ने आप सारी उम्र मेहनत की है और उन्होंने जदों रिस्पॉन्स नहीं मिली, उन्हें सोचा भी इन्नी मेहनत करके भी अपने को नहीं, जे किसी होर फील्ड में इन्नी मेहनत करते तो बहुत मरातबा पा लेंदे। उन्होंने अपने बच्चों इस फील्ड च नहीं आउण दिता। ये मैं हवा च गल्लां नहीं कर रहा, ये सच्चाई है। तीजी गल भी ये टीम वर्क है। ये प्रबंधकों की दिलचस्पी होवे, सारे स्टाफ की दिलचस्पी होवे, संगत की दिलचस्पी होवे, बुलारे की दिलचस्पी होवे। कला कथावाच कुछ नहीं कर सकता, कई वजह ने। खैर हुण कबीर नूं वो अनपढ़ जिहा समझदा, उहदे कपड़े वेख के। फिलासफर है, ब्राह्मण है, तो वह फिलासफी दीयां गल्लां सुणांदा है। फिर कबीर साहब उन्होंने कहंदे ने भी हुण थोड़ा जिहा मेरे हल भी आ, मैं भी तेरे नाल गलबात करनी है। कहंदे दस। वो कहंदे ओए जो दिसै अंबर तारे, किनो चीते चीतन हारे। वड्डिया फिलासफर ये दस, जिहड़े आकाश विच तारे ने, वो तारे काहदे सहारे ते खड़े ने? उन्हां दे थल्ले पिलर ने कि उपरों खिच्चां पाईयां होईयां ने कि साइडां तो कोई उन्होंने सपोर्ट दी हुई है? मेरे सवाल का जवाब दे। कौरे पंडित अंबर कां स्यों लागा, बूझे बूझन हार सुभागा। भागा वाला कोई इस गल नूं लभेगा? मेरे प्रश्न का उत्तर दे। भज गया। फिर उन्हें आप खोलिया बई उहदी सत्ता दे सहारे दे उत्ते टिकिया होया है। तो मैं जिहड़ी अर्ज कर रहा सां, वो वाहिगुरू करता है। उन्हें तारे भी बनाए ने, आकाश भी बनाया है, सूरज भी बनाया है, चंद्रमा भी बनाया है, कितना कुछ बनाया है। असी अजे वो नहीं देख सके, उसका अंत की पावांगे? उसकी रचना का असी अंत नहीं पा सके। साध संगत जी, एक ओंकार सतनाम करता पुरख। वो करता है, पुरख मैंने अपनी किरत विच समाया होया है और गुर प्रसाद गुरु की कृपा नाल प्राप्त होंदा है। दरगाही बोल सुर ते जोर दे के सुनियो। कबीर साहब वाहिगुरू दे चरनां विच अरदास करदे ने,
ਅਸੀਂ ਉਹਨਾਂ ਕੋਲੋਂ ਜਾਚ ਸਿੱਖਣੀ, ਆਤਮ ਮੰਥਨ ਕਰਨਾ ਹੈ। ਕਿਸੇ ਨੂੰ ਅਸੀਂ ਨਾ ਦਸੀਏ, ਪਰ ਚਲੋ ਅੰਤਰ ਆਤਮੇ ਤੇ ਅਸੀਂ ਆਤਮ ਮੰਥਨ ਕਰ ਸਕਦੇ ਹਾਂ ਵੀ ਕੀ ਜਿਹੜੀ ਅਵਸਥਾ ਦਾ ਕਬੀਰ ਸਾਹਿਬ ਜ਼ਿਕਰ ਕਰ ਰਹੇ ਨੇ ਕਿਤੇ ਮੇਰੀ ਤੇ ਨਹੀਂ। ਕਿਹੜੀ ਅਵਸਥਾ? ਕਹਿੰਦੇ ਨੇ, ਹੇ ਵਾਹਿਗੁਰੂ ਮੇਰੀ ਸੰਗਤ ਪੋਚ। ਕਥਾ ਦਾ ਪ੍ਰਯੋਜਨ ਹੀ ਇਹ ਹੁੰਦਾ ਵੀ ਗੱਲ ਸ਼ਬਦ ਸਮਝ ਵਿੱਚ ਆ ਜਾਏ। ਪੱਪੇ ਨੂੰ ਹੋੜਾ ਚੱਚਾ ਪੋਚ। ਪੋਚ ਮਾਇਨੇ ਜਿਹਦੇ ਵਿੱਚ ਕਮੀ ਹੈ, ਜਿਹਦੇ ਵਿੱਚ ਨੁਕਸ ਹੈ। ਨੁਕਸ ਇੱਕ ਹੋਰ ਥਾਂ ਤੇ ਤੁਸੀਂ ਪੜ੍ਹਦੇ ਹੋ, ਨਾ ਕੱਛ ਪੋਚ ਮਾਟੀ ਕੈ ਭਾਂਡੈ, ਨਾ ਕੱਛ ਪੋਚ ਕੁੰਭਾਰੈ। ਉੱਥੇ ਵੀ ਪੋਚ ਆਉਂਦਾ। ਉੱਥੇ ਭਗਤ ਨਾਮਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਬਈ ਦੁਨੀਆ ਦੇ ਲੋਕੋ, ਨਾ ਤੇ ਕੁਝ ਪਰਮਾਤਮਾ ਵਿੱਚ ਨੁਕਸ ਹੈ, ਔਰ ਪਰਮਾਤਮਾ ਨੇ ਜਿੰਨੇ ਜੀਵ ਬਣਾਏ ਨੇ ਨਾ, ਇਹ ਭਾਂਡੇ ਨੇ ਉਹਦੇ। ਉਹ ਘੁਮਿਆਰ ਹੈ, ਅਸੀਂ ਉਹਦੇ ਭਾਂਡੇ ਆ। ਜਿਵੇਂ ਘੁਮਿਆਰ ਭਾਂਡੇ ਬਣਾਉਂਦਾ, ਸਾਨੂੰ ਵੀ ਬਾਣੀਕਾਰਾਂ ਨੇ ਭਾਂਡੇ ਲਿਖਿਆ ਨਾ, ਜਦੋਂ ਕਹਿੰਦੇ ਨੇ ਆਪੇ ਭਾਂਡੇ ਸਾਜੀਅਨ, ਆਪੇ ਪੂਰਨ ਦੇ, ਇੱਕ ਨਹੀਂ ਦੁੱਧ ਸਮਾਈਅਨ, ਇੱਕ ਚੁੱਲ੍ਹੇ ਰਹਿਣ ਚੜੇ। ਇੱਕ ਤੇ ਘਰਾਂ ਦੇ ਵਿੱਚ ਬਰਤਨ ਇੱਕ ਦੋ ਇਸ ਤਰ੍ਹਾਂ ਦੇ ਕਿਚਨ 'ਚ ਬੀਬੀਆਂ ਕੋਲ ਹੁੰਦੇ ਨੇ ਨਾ, ਜਿਹੜੇ ਪਾਣੀ ਤੱਤਾ ਕਰਨਾ ਤਾਂ ਵੀ ਉਹਦੇ ਵਿੱਚ, ਕੋਈ ਦਾਲ ਸਬਜ਼ੀ ਤੱਤੀ ਕਰਨੀ ਹੈ ਤਾਂ ਵੀ ਉਹਦੇ 'ਚ, ਉਹ ਵਿਚਾਰਾ ਸਾਰਾ ਦਿਨ ਚੁੱਲ੍ਹ ਤੇ ਹੀ ਚੜਿਆ ਰਹਿੰਦਾ। ਤੇ ਜਿਹਦੇ ਵਿੱਚ ਦੁੱਧ ਰੱਖਿਆ ਹੈ ਪਾ ਕੇ, ਉਹਦੀ ਬੜੀ ਸੰਭਾਲ ਹੈ, ਉਹਦੀ ਬੜੀ ਪੁੱਛ ਹੈ, ਉਹਨੂੰ ਬੜਾ ਕੇਅਰ ਕੀਤਾ ਜਾਂਦਾ ਵੀ ਇਹਦੇ 'ਚ ਦੁੱਧ ਹੈ, ਇਹਦੇ ਉੱਤੇ ਢੱਕਣ ਦੇ ਦਿਓ, ਕੋਈ ਚੀਜ਼ ਪੈ ਕੇ ਫਟ ਨਾ ਜਾਏ। ਅਸੀਂ ਵੀ ਉਹਦੇ ਭਾਂਡੇ ਆ। ਕਈਆਂ ਵਿੱਚ ਤੇ ਈਰਖਾ ਪਈ ਹੋਈ, ਉਹ ਸੜਦੇ ਪੁੱਜਦੇ ਹੀ ਰਹਿੰਦੇ ਨੇ, ਕ੍ਰੋਧ ਦੀ ਅੱਗ ਬਲਦੀ ਹੋਈ ਰਹਿੰਦੀ ਹੈ। ਤੇ ਕਈਆਂ ਵਿੱਚ ਨਾਮ ਰੂਪੀ ਦੁੱਧ ਪਾਇਆ ਹੈ, ਔਰ ਜਿਵੇਂ ਦੁੱਧ ਵਾਲੇ ਬਰਤਨ ਦੀ ਕੀਮਤ ਵੱਧ ਜਾਂਦੀ ਹੈ ਨਾ, ਕੂਤ ਵੱਧ ਜਾਂਦੀ ਹੈ, ਕਦਰ ਵੱਧ ਜਾਂਦੀ ਹੈ। ਇਸ ਤਰ੍ਹਾਂ ਭਾਈ ਜਿਹੜੇ ਬਾਣੀ ਪੜ੍ਹਦੇ ਨੇ, ਚੰਗੇ ਕੰਮ ਕਰਦੇ ਨੇ, ਸਮਾਜ ਸੇਵਾ ਕਰਦੇ ਨੇ, ਦੇਸ਼ ਕੌਮ ਦਾ ਫਿਕਰ ਕਰਦੇ ਨੇ, ਉਹਨਾਂ ਦੀ ਵੀ ਫਿਰ ਸਤਿਕਾਰ ਹੋਣ ਲੱਗ ਪੈਂਦਾ। ਇੱਕ ਨਹੀਂ ਦੁੱਧ ਸਮਾਈਏ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਣ, ਇੱਕ ਉੱਪਰ ਰਹਿਣ ਖੜੇ। ਤੋ ਨਾ ਕੱਛ ਪੋਚ ਮਾਟੀ ਕੈ ਭਾਂਡੇ। ਇਹ ਜਿਹੜੇ ਜਿੰਨੇ ਵੀ ਭਾਂਡੇ ਨੇ, ਕੋਈ ਸੁੰਦਰ ਹੈ, ਕੋਈ ਕਰੂਪ ਹੈ, ਕੋਈ ਸਿਆਣਾ ਹੈ, ਕੋਈ ਕਮਲਾ ਹੈ। ਤੂੰ ਕਿਸੇ ਨੂੰ ਨਿੰਦ ਨਾ। ਕਿਉਂ? ਕਿਉਂਕਿ ਜਿਸ ਘੁਮਿਆਰ ਨੇ ਤੈਨੂੰ ਸੋਹਣਾ ਬਣਾਇਆ ਹੈ ਨਾ, ਉਸੇ ਘੁਮਿਆਰ ਨੇ ਇਹਨੂੰ ਕਰੂਪ ਵੀ ਬਣਾਇਆ। ਜਿਸ ਘੁਮਿਆਰ ਨੇ ਤੈਨੂੰ ਸਿਆਣਾ ਬਣਾਇਆ, ਉਸੇ ਘੁਮਿਆਰ ਨੇ ਇਹਨੂੰ ਕਮਲਾ ਬਣਾਇਆ। ਇਸ ਲਈ ਨਾ ਕੋਈ ਮੂਰਖ ਨਾ ਕੋਈ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਹੁਣ ਇਸ ਸ਼ਬਦ ਵਿੱਚ ਪੋਚ ਤੋਂ ਕੀ ਮੁਰਾਦ ਹੈ? ਨੁਕਸ। ਮੇਰੀ ਸੰਗਤ ਪੋਚ। ਹੇ ਵਾਹਿਗੁਰੂ ਮੇਰੀ ਸੰਗਤ ਚੰਗੇ ਲੋਕਾਂ ਦੀ ਨਹੀਂ। ਮੈਂ ਇਹ ਗੱਲ ਕਬੂਲ ਕਰਨਾ ਵਾ। ਅਸੀਂ ਕਬੂਲ ਨਹੀਂ ਕਰਦੇ। ਅਸੀਂ ਕੀ ਕਹਿੰਦੇ ਆ? ਉਹ ਪਲਿਆ ਉਹਨਾਂ ਦੇ ਕੋਲ ਨਾ ਵਿਆਹ ਕਰ। ਉਹ ਨਹੀਂ ਜੀ, ਮੈਂ ਬਹਿਣਾ ਜ਼ਰੂਰ ਹਾਂ, ਪਰ ਮੈਂ ਕੋਈ ਉਹਨਾਂ ਦਾ ਔਗਣ ਗ੍ਰਹਿਣ ਨਹੀਂ ਕਰਦਾ। ਹੋ ਸਕਦਾ ਹੈ ਕੋਈ ਸੱਜਣ ਇਸ ਤਰ੍ਹਾਂ ਕੋਸ਼ਿਸ਼ ਕਰਦਾ ਵੀ ਹੋਵੇ ਵੀ ਮੈਂ ਉਹਨਾਂ ਦੇ ਕੋਲ ਬਹਿਣਾ, ਮੇਰੀ ਮਜਬੂਰੀ ਹੈ, ਹੋਰ ਮੇਰੀ ਕੋਈ ਕੰਪਨੀ ਨਹੀਂ, ਪਰ ਮੈਂ ਔਗਣ ਨਹੀਂ ਗ੍ਰਹਿਣ ਕਰਨਾ। ਪਰ ਇਸ ਤਰ੍ਹਾਂ ਗੁਰੂ ਸਵਾਰਿਓ, ਇਸ ਤਰ੍ਹਾਂ ਹੁੰਦਾ ਨਹੀਂ। ਉਹ ਮੈਂ ਜਿਹੜੀ ਅਕਸਰ ਬੇਨਤੀ ਕਰਨਾ ਹੁੰਦਾ ਵੀ ਜਿੱਥੇ ਕੂੜੇ ਦਾ ਢੇਰ ਹੋਵੇ, ਸਾਰੇ ਲੋਕ ਆਪਣਾ ਕੂੜਾ ਉੱਥੇ ਡੰਪ ਕਰਦੇ ਹੋਣ, ਸੁੱਟਦੇ ਹੋਣ, ਮਿਊਨਿਸਪਲ ਕਾਰਪੋਰੇਸ਼ਨ ਦਾ ਉਹ ਭਾਂਡਾ ਵੱਡਾ ਪਿਆ ਹੋਵੇ, ਹੁਣ ਉਹਦੇ ਕੋਲ ਤੁਸੀਂ ਖੜੇ ਹੋਵੋ ਤੇ ਕਹੋ ਨਹੀਂ ਮੈਂ ਖੜਾ ਤੇ ਹਾਂ, ਮੈਂ ਇਹਦੀ ਦੁਰਗੰਧੀ ਨਹੀਂ ਲੈਣੀ। ਵੀ ਇਹ ਕਿੱਦਾਂ ਹੋ ਸਕਦਾ? ਤੂੰ ਉਹਦੇ ਕੋਲ ਖੜਾ ਹੈ ਤੇ ਹੁਣ ਦੁਰਗੰਧੀ ਤੇ ਆਟੋਮੈਟਿਕ ਨਾਸਕਾ ਰਾਹੀਂ ਆਵੇਗੀ ਨਾ, ਹਵਾ ਦੇ ਰਾਹੀਂ। ਕੁਸੰਗਤ ਵਿੱਚ ਉਹਦੇ ਜਿਹੜੇ ਅਵਗੁਣ ਨੇ, ਐਬ ਨੇ, ਉਹ ਤੁਸੀਂ ਨਾ ਵੀ ਅੰਗੀਕਾਰ ਕਰਨੇ ਚਾਹੋ ਤੇ ਉਹਨਾਂ ਦੇ ਅੰਗੀਕਾਰ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸ ਵਾਸਤੇ ਸਾਨੂੰ ਗੁਰਮਤ ਨੇ ਸਾਕਤ ਸੰਗ ਨਾ ਕੀਜੀਐ, ਦੂਰੋਂ ਜਾਈਏ ਭਾਗ। ਸਾਡੀ ਤੇ ਕੋਈ ਮਜਬੂਰੀ ਵੀ ਨਹੀਂ, ਸਾਡੀ ਕੋਈ ਮਜਬੂਰੀ ਨਹੀਂ ਵੀ ਅਸੀਂ ਕੁਸੰਗਤ ਕਰੀਏ। ਕੋਈ ਸਾਨੂੰ ਜ਼ਬਰਦਸਤੀ ਕਹੇ ਵੀ ਮੇਰੇ ਕੋਲ ਬੈਠ, ਮੈਂ ਸ਼ਰਾਬ ਪੀਣਾ, ਤੂੰ ਵੀ ਮੇਰੇ ਕੋਲ ਬੈਠ, ਮੈਂ ਜੂਆ ਖੇਡਣਾ, ਤੂੰ ਮੇਰੇ ਕੋਲ ਬੈਠ, ਜਾਂ ਕੋਈ ਹੋਰ ਇਸ ਤਰ੍ਹਾਂ ਦੀ ਐਕਟੀਵਿਟੀ ਹੈ, ਤੂੰ ਮੇਰੇ ਕੋਲ ਬੈਠ। ਕੋਈ ਮਜਬੂਰੀ ਨਹੀਂ ਸਾਡੀ, ਅਸੀਂ ਮਨਾ ਕਰ ਸਕਨੇ ਆ। ਪਰ ਮਨੁੱਖ ਕਹਿੰਦਾ ਵੀ ਨਹੀਂ, ਮੈਂ ਬੈਠਣਾ ਜ਼ਰੂਰ ਆ, ਮੈਂ ਕੋਈ ਅੰਗੀਕਾਰ ਨਹੀਂ ਕਰਦਾ। ਅੰਗੀਕਾਰ ਭਾਵੇਂ ਤੂੰ ਨਾ ਕਰ, ਪਰ ਭੈੜਿਆਂ ਦੀ ਸੰਗਤ ਵਿੱਚ ਕਈ ਵਾਰ ਚੰਗਿਆਂ ਨੂੰ ਵੀ ਸਜ਼ਾ ਮਿਲ ਜਾਂਦੀ। ਕਬੀਰ ਚਾਵਲਕਾਰ ਨੇ
तुख को मोड़ी लाए, संग कुसंगी बैसते तब पूछे धर्म राय। ਜਿਹੜੇ ਚਾਵਲ ਨੇ ਨਾ ਸਾਧ ਸੰਗਤ, ਚਾਵਲਾਂ ਨੂੰ ਤੇ ਤੁਸੀਂ ਸਾਰੇ ਜਾਣਦੇ ਹੋ, ਖਾਂਦੇ ਜੂਏ। ਜਦੋਂ ਚਾਵਲ ਆਪਣੇ ਛਿਲਕੇ ਚੋਂ ਬਾਹਰ ਨਹੀਂ ਹੁੰਦਾ, ਆਪਣੇ ਕਵਰ ਚ ਹੁੰਦਾ ਹੈ, ਉਦੋਂ ਇਹਦਾ ਨਾਂ ਚਾਵਲ ਨਹੀਂ ਲਿਆ ਜਾਂਦਾ। ਉਦੋਂ ਇਹਨੂੰ ਝੋਨਾ ਕਿਹਾ ਜਾਂਦਾ ਹੈ, ਇਹਨੂੰ ਬਾਸਮਤੀ ਕਿਹਾ ਜਾਂਦਾ ਹੈ, ਇਹਨੂੰ ਮੂੰਜੀ, ਕਾਮਨ ਸ਼ਬਦ ਇਹਦੇ ਲਈ ਮੂੰਜੀ ਹੈ। ਕਿਉਂਕਿ ਜਿਹੜਾ ਆ ਇਧਰਲਾ ਹਿੱਸਾ ਹੈ ਤੁਹਾਡਾ ਪੰਜਾਬ, ਜਿਹੜਾ ਜਿਹਨੂੰ ਤੁਸੀਂ ਪੰਜਾਬੀਅਤ ਦੇ ਨਾਂ ਤੇ ਬਣਾਇਆ ਹੈ, ਇਹ ਤੁਹਾਡੀ ਪੰਜਾਬੀ ਵਿੱਚ 60% ਜਿਹੜੇ ਲਫ਼ਜ਼ ਨੇ ਉਹ ਹਿੰਦੀ ਦੇ ਨੇ। 60% ਠੇਠ ਪੰਜਾਬੀ ਨਹੀਂ। ਉਹ ਫਿਰ ਤੁਸੀਂ ਪਾਰ ਕਰ ਜਾਓ, ਥੋੜਾ ਜਿਹਾ ਬੋਲਬਾਲਾ ਮਾਝੇ ਦੀ ਬੈਲਟ ਵਿੱਚ ਠੇਠ ਪੰਜਾਬੀ ਦਾ ਹੈ, ਜਾਂ ਫਿਰ ਤੁਸੀਂ ਪਾਰ ਹੋ ਜਾਓ, 18 ਜ਼ਿਲ੍ਹੇ ਨੇ, ਫਿਰ ਤੁਹਾਨੂੰ ਉੱਥੇ ਠੇਠ ਪੰਜਾਬੀ ਪ੍ਰਾਪਤ ਹੋਵੇਗੀ। ਇਹ ਜਿਹੜੀ ਤੁਸੀਂ ਬੋਲਦੇ ਹੋ, ਮੈਂ ਤੁਹਾਡੇ ਗਿਆਤ ਲਈ ਅਰਜ਼ ਕਰਦੇ ਆ, ਪੰਜਾਬੀ ਨਹੀਂ ਗੀ। ਇਹਦੇ ਵਿੱਚ ਅੱਧੇ ਤੋਂ ਜ਼ਿਆਦਾ ਹਿੰਦੀ ਦੇ ਸ਼ਬਦ ਨੇ। ਮੂੰਜੀ ਸ਼ਬਦ ਹੈ ਕਾਮਨ, ਮੂੰਜੀ। ਉਹਨੂੰ ਫਿਰ ਪਾ ਕੇ ਉਖਲੀ ਦੇ ਵਿੱਚ ਉੱਤੋਂ ਮੋਹਲੀਆਂ ਮਾਰੀਆਂ ਨੇ। ਕਿਉਂ? ਕਿਉਂਕਿ ਵਿੱਚੋਂ ਚੌਲ ਕੱਢਣੇ ਨੇ, ਚੌਲ ਨਿਕਲ ਜਾਂਦੇ ਨੇ। ਉਹ ਜਿਹੜਾ ਪਿੱਛੇ ਬਚਦਾ ਫੋਕ, ਉਹਨੂੰ ਲੋਕੀ ਸੁੱਟ ਦਿੰਦੇ ਨੇ। ਪਰ ਚੌਲਾਂ ਦੀ ਸੰਗਤ ਕਾਰਨ ਉਸ ਫੋਕ ਨੂੰ ਸੱਟਾਂ ਖਾਣੀਆਂ ਪੈਂਦੀਆਂ ਨੇ। ਕਸੂਰ ਉਹਦਾ ਕੋਈ ਨਹੀਂਗਾ। ਕਬੀਰ ਸਾਹਿਬ ਨੇ ਇੱਕ ਹੋਰ ਜ਼ਿਕਰ ਕੀਤਾ ਹੈ ਨਾ, ਇੱਕ ਬੇਰੀ ਵੱਟ ਤੇ ਉੱਗੀ ਔਰ ਬੇਰੀ ਦੇ ਨਾਲ ਕੇਲਾ ਉੱਗਿਆ ਹੋਇਆ। ਹਵਾ ਚੱਲਦੀ ਏ, ਬੇਰੀ ਦੇ ਟਾਹਣ ਹਿੱਲਦੇ ਨੇ ਔਰ ਤਿੱਖੇ ਕੰਡੇ ਕੇਲੇ ਦੇ ਕੋਮਲ ਪੱਤਿਆਂ ਨੂੰ ਚੀਰਦੇ ਨੇ। ਪੁੱਛਦੇ ਨੇ ਕਬੀਰ ਸਾਹਿਬ, ਮਿੱਤਰਾ ਤੇਰਾ ਗੁਨਾਹ ਕੀ ਹੈ, ਤੈਨੂੰ ਕਿਉਂ ਸਜ਼ਾ ਦਿੰਦਾ ਹੈ? ਉਹ ਕਹਿੰਦਾ ਗੁਨਾਹ ਕੋਈ ਨਹੀਂ, ਇੱਕੋ ਹੀ ਮੇਰਾ ਕਸੂਰ ਹੈ, ਮੈਂ ਭੈੜੇ ਦੀ ਸੰਗਤ ਕਰ ਬੈਠਾ ਵਾਂ। ਕੇਲੇ ਨਿਕਟ ਚੋ ਬੇਰ, ਉਹ ਝੂਲਾ ਹੈ, ਉਹ ਚੀਰੀ ਹੈ, ਸਾਕਤ ਸੰਗ ਨਾ ਹੇਰ। ਨਾ ਭੈੜਿਆਂ ਦੀ ਬਹਿਣੀ ਵਿਆਹ ਕਰ। ਸ਼ੁਕਰਾਤ ਕਹਿੰਦਾ ਹੈ, ਤੁਸੀਂ ਮੈਨੂੰ ਇਹ ਦੱਸ ਦਿਓ ਇਸ ਬੰਦੇ ਦੀ ਬਹਿਣੀ ਕਿਸ ਤਰ੍ਹਾਂ ਦੇ ਲੋਕਾਂ ਦੀ ਹੈ, ਮੈਂ ਇਹਦਾ ਤੁਹਾਨੂੰ ਫਿਊਚਰ ਕਾਗਜ਼ ਤੇ ਲਿਖ ਕੇ ਦੇ ਦਿਆਂਗਾ। 1% ਵੀ ਇੱਧਰ ਉੱਧਰ ਨਹੀਂ ਹੋਵੇਗਾ, ਜੋ ਲਿਖਾਂਗਾ ਉਹ ਹੀ ਰਿਜ਼ਲਟ ਨਿਕਲਣਗੇ। ਤੁਸੀਂ ਮੈਨੂੰ ਸਿਰਫ ਇਹ ਦੱਸ ਦਿਓ ਵੀ ਇਹ ਕਿੱਦਾਂ ਦੇ ਲੋਕਾਂ ਵਿੱਚ ਦਿਹਾੜੀ ਬੈਠਦਾ ਹੈ, ਇਹਦੀ ਸੰਗਤ ਕਿਸ ਤਰ੍ਹਾਂ ਦੀ ਹੈ, ਰਿਜ਼ਲਟ ਤੁਹਾਨੂੰ ਮੈਂ ਦੱਸ ਦਿਆਂਗਾ। ਰਵਿਦਾਸ ਸਾਹਿਬ ਕਹਿੰਦੇ ਨੇ, ਯਾ ਖੁਦਾ, हे ਵਾਹਿਗੁਰੂ, ਮੇਰੀ ਸੰਗਤ ਪੋਚ, ਮੇਰੀ ਸੰਗਤ, ਮੇਰੀ ਬਹਿਣੀ ਭੈੜਿਆਂ ਨਾਲ ਸੋਚ ਦਿਨ ਰਾਤੀ। ਇਹ ਸੋਚ ਮੈਨੂੰ ਦਿਨ ਰਾਤ ਚਿੰਤਾ ਵਿੱਚ ਪਾਉਂਦੀ ਹੈ। ਹੁਣ ਇਹਦੇ ਚ ਮੈਸੇਜ ਕੀ ਹੈ ਵੀ ਰਹਾਉ ਵਾਲੀ ਪੰਕਤੀ। ਮੇਰੀ ਸੰਗਤ ਭੈੜਿਆਂ ਦੀ ਹੈ, ਮੇਰੀ ਸੰਗਤ ਬਹਿਣੀ ਬੁਰੇ ਲੋਕਾਂ ਦੀ ਹੈ। ਕਿਉਂਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਔਰ ਹੋਰ ਤੇ ਹੋਰ ਮੇਰਾ ਕਰਮ ਕੁਟਿਲਤਾ। ਕੁੱਟ ਸ਼ਬਦ ਕੱਲਾ ਜਿਹੜਾ ਨਾ, ਕੱਕੇ ਨੂੰ ਔਂਕੜ, ਟੈਂਕੇ ਨੂੰ ਸ਼ਿਆਰੀ, ਨੀਵਾ, ਕੁਟਿਲਤਾ। ਮੇਰੇ ਕੰਮ ਵੀ ਚੰਗੇ ਕੋ ਨਹੀਂ ਗੇ, ਮੈਂ ਚੰਗੇ ਕੰਮ ਨਹੀਂ ਕਰਦਾ। ਜਿਵੇਂ ਗੁਰੂ ਨਾਨਕ ਸਾਹਿਬ ਅਤ ਵਿਨਮਰਤਾ ਵਿੱਚ ਕਹਿੰਦੇ ਨੇ ਨਾ, ਵੀ ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਿਵਾਲ। ਮੈਂ ਭੁੱਲ ਕੇ ਵੀ ਕਦੀ ਨੇਕੀ ਦਾ ਕੰਮ ਨਹੀਂ ਕੀਤਾ, ਪਰਉਪਕਾਰ ਦਾ ਕੰਮ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਕਿਸੇ ਦੀ ਮਦਦ ਨਹੀਂ ਕੀਤੀ। ਜਦੋਂ ਕੀਤਾ ਹੈ ਬਚਨਾਂ ਨਾਲ, ਕਰਮਾਂ ਨਾਲ ਨੁਕਸਾਨ ਹੀ ਕੀਤਾ ਹੈ। ਬੜੇ ਭੈੜੇ ਕੰਮ ਨੇ ਮੇਰੇ। ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ। ਤੇ ਮੇਰਾ ਜਨਮ ਜਿਹੜਾ ਹੈ ਉਹ ਵੀ ਚੰਗੀ ਕੁੱਲ ਵਿੱਚ ਨਹੀਂ ਹੋਇਆ। ਲੋਕਾਂ ਨੂੰ ਤੇ ਮਾਣ ਹੁੰਦਾ ਹੈ, ਪਿਓ ਦਾਦੇ ਦਾ ਨਾਂ ਦੱਸ ਕੇ ਕਹਿੰਦੇ ਫਲਾਣਾ ਸਿੰਘ ਦਾ ਖਾਨਦਾਨ ਆ ਮੈਂ। ਪਰ ਮੇਰੇ ਕੋਲ ਤੇ ਮਾਣ ਕਰਨ ਵਾਸਤੇ ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ। ਇਸ ਵਾਸਤੇ ਰਾਮ ਗੁਸਈਆਂ, ਗੁਸਈਆਂ ਦੇ ਅਖਰੀ ਅਰਥ ਨੇ ਧਰਤੀ ਦਾ ਮਾਲਕ। ਆ ਜਿਹੜੀ ਧਰਤੀ ਹੈ ਗਲੋਬਲ ਹੈ, ਇਹਦਾ ਮਾਲਕ ਗੁਸਈਆਂ। ਰਾਮ ਗੁਸਈਆਂ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ।
रहाओ मैनू ना विसारो, मैं तुहाडा सेवक हाँ। क्यों ना विसारीए? जे विसर जाए फिर की हुंदा है? गुरबाणी विचों 2-3 दर्शन असी करिए, उन्होंने क्यों चेता करना है? चेता शब्द है पंजाबी का, सिमरन संस्कृत विचों सुमिरन का विगड़िया होया रूप है। उर्दू वाले याद कहिंदे ने, और ठेठ पंजाबी का शब्द है चेता। चेता ही असी कहने फलानी गल चेता ही। हजूर कहते ने, सानू फरमान करते हैं, कहते ने बंदिया वो कमिटमेंट चेता ही? हाँ महाराज चेता है। महाराज कहते चेता ही तां चेत साहब सच्चा सो तनी। जे तेनू वो एग्रीमेंट, वो कमिटमेंट, वो कौल इकरार याद ने, चेता ने, तो फिर उन्होंने चेता क्यों नहीं करता? योर की लगता है? वैगरू आखन लग्या कोई कई चौके नक्के थोड़ा मोड़ने ने, कोई बहुत भारा काम थोड़ा नहा धो के साफ सुथरी थां ते बह के और सुरत जोड़नी है, वैगरू वैगरू करना है। तो चेता कर, उन्हों याद कर। जे ना करिए फिर की हुंदा जी? जे वो चेता ना आवे, क्योंकि विसारो शब्द इनू वावे नाल वसारो पंजाबी च लिखिया गया है, और जे वो विसर जाए फिर की हुंदा है? तू विसरै तां सब को लागू, लागू दे इत्थे अर्थ ने दुश्मन। जिन्नू तू विसर जाए वो सारे ही दुश्मन बन जाते हैं। पराए ते पराए अपने भी पराए हो जाते हैं। तू विसरै तां सब को लागू, चीत आवे तां सेवा। जेड़े लागू ने, जे तू चित्त च आउण लग पै ते वो जेड़े लागू बने सन, दुश्मन बने सन, उल्टी सेवा करन लग पैंदे ने। इसलिए मोह ना विसारो मैं जन तेरा। होर की हुंदा है? जे विसर जाए तो गुरु नानक साहब कहते ने, मोती तां मंदर ऊसरै है। यह भी नाल दस्या विसरदा क्यों है। 4 वड्डे कारण दसे ने गुरु नानक साहब ने, बई विसरदा क्यों है। क्योंकि बीमारी का कारण लभ के निवारण हुंदा है ना। तो गुरु नानक साहब तो फिर गल सिरे ही ला देंदे ने ना। गुरु नानक साहब महाराज श्री राग के पहले शब्द विच नाम नूं विसारन का जिहड़ा रिएक्शन हुंदा है, उहनूं वार-वार 4 वारां प्रचंड करदे ने। ते कहंदे ने, मोती तां मंदर ऊसरै है, रतनी तां होहे जड़ाओ, कस्तूर कुंगू अगर चंदन लीप आवे चाओ, मत देख भुल्लां विसरै तेरा चित ना आवे नाओ, हर बिन जियो जल बल जाओ, मैं अपना गुर पूछ देखिया अवर नाही थाओ। एक तो ये दसिया भी विसरन नाल हुंदा की है। मत देख भुल्लां विसरै। प्रेमियों सुर ते जोर दे के बेनती सुनियो, भुलना होर गल है, विसरना होर गल है। ये पर्यायवाची शब्द नहीं गे। फिर की ने? भुलना उन्होंने कहते ने जिहड़ी गल भुल के फिर चेता आ जाए, ते विसरना उन्होंने आंदे ने जिहड़ी फिर विसर ही जाए। बई हुण मैनूं ये गल विसर गई है, मैनूं तुसीं दसो की गल। गुरु नानक साहब कहते मैं तां कहना वा बई उन्होंने विसारना नहीं, बई जे वो भुल जाए, ऐसा भुले ऐसा भुले ऐसा भुले विसर ही जाए, ते फिर हर बिन जियो जल बल जाओ। फिर वो गल जिहड़ी वो सरोवर नूं पुछदे ने, मैं लंघिया सा ते तेरे विच सुनहरी रंग दे कौल फुल खिड़े सन, भौरे उन्हां दे दिवाले गुंजार पा रहे सन, तेरे कंढियां ते दरखत सन, फुल फल पत्ते पंछी चहचहा रहे सन। कुल मिला के समाज बड़ा सोहना सी, ते मैं भी घड़ी खलो के आनंद माणिया सी। हुण ते सब कुछ नेस्तो नाबूत हो गया। वजह की है? हजूर ने पब्बर नूं, छप्पड़ नूं, तलाब नूं, जौड़ नूं मुखातब होके कहा सी, पब्बर तू हरियावला, तू ते हरा भरा से। कवला कंचन, कवला कंचन, कंचन सोना,
सोने रंगे सुनहरी रंग दे कौल फुल तेरे च खिड़े सन। कह दो खड़े सड़े होए, तेरा जुस्सा क्यों सड़ गया? काली होई आ देहरी, तेरी देहरी भी काली हो गई है। नानक मैं तन भंग। ते हजूर कहते ने तलाब विचों, जौड़ विचों, छप्पड़ विचों, सरोवर विचों, पब्बर विचों आवाज आई, बाबा जाना पानी ना लहा। बाबा सारा समाज पानी करके सी, पानी करके कौल फुल सन, कौल फुल्लां करके भौरे सन, पानी करके रुख सन, रुखां करके पत्ते सन, पत्तियां करके फुल सन, फुल्लां करके फल सन, फलां करके परिंदे सन। पानी नहीं रहा, सारा समाज नेस्तो नबूत हो गया। पानी सुक गया ना, ता मेरा जुस्सा सड़ गया। जाना पानी ना लहा जै सेती मेरा संग, जित डिठै तन परफुड़ै चढ़ै चुवगण वन। हुण भी बाबा मेरे च पानी आ जाए तो मैं 4 गुणा होर वधेरे मौल सकना वा। मेरा सारा समाज ही पानी करके। हजूर कहते ने साडी सारी रौनक ही नाम करके है। नाम है ते चेहरे ते नूर है, नाम है ते अंदर खुशी है, वो बाहर भी प्रगट हुंदी है। नेत्रां चों भी उस तरह के वेव्स निकलते हैं, रसना चों भी चंगे बचन निकलते हैं, काम भी मनुख चंगे करता है। तो जे वो अंदर नहीं तो फिर सब कुछ नेस्तो नाबूत है। और हजूर कहते ने अड़िका की है, उन्होंने वसारना दुख का कारण है, उन्होंने वसारन नाल जीओ जल बल जाता है। पर मैं वो कहते तुहानूं ये भी दसना विसरदा क्यों है? महाराज क्यों विसरदा है? हजूर कहते मोती तां मंदर ऊसरा है, विसर जाता तुहानूं सोहना घर बना के, कंफर्टेबल घर बना के, चंगी किसी महंगी कलोनी विच घर बना के हंकार आ जाता है बई मैं तो बहुत वधिया एरिए विच रहना, पाश कॉलोनी विच रहना, बड़े रॉयल लोगों दे विच मैं रहना वा, बड़ी वधिया सोसाइटी है मेरी। ये भी तो ईगो है ना, ईगो अहंकार। भावें चंगे इलाके विच चंगे घर विच रहन दा हंकार होवे, मैं आ जाए जिवें ही मैं अंदर आउंदी है तू छड़प्पा मार के बाहर निकल जाता है। मोती तां मंदर ऊसरा है, रतनी तां होहे जड़ाओ। तुसी इट्टां पत्थरां दे घर दी गल छड्डो, मैं ते ये कहना मेरे घर दीयां दीवारां मोती जोड़ जोड़ के बनाईयां होण ते रत्नां नाल लेप कीता होवे, रत्नां नाल लिंबी होवे, ते फिर उहदे विच उहनूं फ्रैश रखण वास्ते कस्तूर, कुंगू, अगर ते चंदन, 4 पदार्थों का जिक्र है। कस्तूरी हिरण की नाभि चों निकलती है, कुंगू तुहानूं पता ही है। अगर बारे मैं तुहानूं दस दियां, एक रुख हुंदा है जदों बहुत बरेटे वांगू विशाल हो जाता है, फिर उहदे मोटे तने दे विच एक गंढ बनती है। अगर पैदा हुंदा है घट तो घट 50 साल विच क्रिएट हुंदा है। कोयले दीयां खानां विच कई वारां हज़ार हज़ार साल कोयला दबिया रवे ते फिर ओदी जिहड़ी ऊर्जा इकट्ठी हुंदी थोड़े जिहे हिस्से विच जदों सारी इकट्ठी हो जाती है तो फिर वो कोयला भी हीरे विच रूपांतरित हो जाता है। यही वजह है बई हीरे नूं तुसीं डायमंड कहिंदे हो ते कोयले नूं ब्लैक डायमंड कह दिंदे हो। कोयलियां विचों भी हीरे निकलते हैं, और सिर्फ कोयलियां चों नहीं निकलते, स्रोत होर भी हैगे ने, पर कोयलियां दीयां खानां विचों भी हीरे निकलते हैं। अगर तैयार होने लई कई दशक कई दहाके लग जाते हैं, बड़ा महंगा विकदा है, उन्ना को हिस्सा फिर विचों कढ़ लैंदे ने, ऑपरेशन करके दरखत का उन्होंने कढ़ के फिर उन्होंने बना के बाजार में वेचते हैं। देखो इनसाइक्लोपीडिया। और चंदन तो भाव स्पष्ट है, ये कीमती पदार्थों का मैं अंदर छिड़का करा, जिवें असी रूम नूं फ्रैश करने वास्ते कोई स्प्रे कर लेने। कस्तूर, कुंगू, अगर, चंदन, लीप आवे चाओ, मत देख भुल्लां विसरै, तेरा चित ना आवे। इन्ना सोहना वातावरण होवे ते ओहदे विच रह के भी परमात्मा नूं ना विसार दई। जे विसर गया ते हर बिन जियो जल बल जाओ। साडी मूल पंक्ति है, मोहे नाम विसारो मैं जन तेरा। हे वैगुरू मैं तेरा सेवक हाँ, मैनू विसार ना। ध्यान दिया जे। हुण फिर गुरु नानक साहब दूजे पदे च बचन करते हैं, धरती तां हीरे लाल जड़ती पलंग लाल जड़ाओ।
हुण इहदे अर्थ की करनगे कई मेरे वीर? सारी धरती हीरे लाला नाल जड़ी होवे? नहीं, ये वो धरती है जिहड़ी साडे घर विच वेली हुंदी है, जिन्हों ठेठ पंजाबी च असीं विहड़ा कहने आ। शहरां विच ते होर तरीके नाल घर डिजाइन कीते जांदे ने, अजकल AC आ गए ने। साडी कोशिश हुंदी भी एयर टाइट करिए, मिट्टी कट्टा, आवाज़ां बाहरों ना आउण, पर किसे जमाने ये हुंदा सी भी जे विहड़ा नहीं तो फिर घर काहदा है? वो जिहड़ा मेरे घर दा विहड़ा है ना, विहड़ा खाली जगह, वो जिहड़ी धरती जिहदे उत्ते छतौड़ नहीं कीती, वो विहड़ा हीरे लाल जड़ती, हीरियां लाला नाल जड़िया होवे हेठों। मैं कोई टाइलां ना लाइयां होण महंगियां, बल्कि हीरे लाए होण, लाल लाए होण, ऐन चिणे होण विच विहड़े दे, इन्ना कीमती विहड़ा होवे मेरा। ਉਹਦੇ ਉੱਤੇ मैं मोटे मोटे पावियां वाला सोहना सूतरी मंजा डाया होवे ते ਉਹਦੇ ਉੱਤੇ चढ़ के बैठा वां। धरती तां हीरे लाल जड़ती, पलंग लाल जड़ाओ, ते ਉਹਦੇ ਉੱਤੇ मैं चढ़ के बैठा वां। ते ਜਿਹੜੀ घर दी सुआणी है ना मेरी धर्म पत्नी, मोहनी मुख मणि सो है, वो बड़ी सुंदर स्वरूप होवे। ते एक साडे ना गहना है जिन्हों टिक्का भी कह देंदे ने, उपरों लिया के इत्थे सिटिया हुंदा मत्थे ते। ओदा वो जिहड़ी मणी है ना, वो बड़ी शोभा पांदी होवे, वो जदों हाव भाव करे मन नूं मोह लैण वाली इस्त्री होवे। ते मैं बैठा आनंद मान रहा वां। एक तरस करी वागरू, इस तरह का माहौल वेख के भी मेरी सुरत चों तेरा नाम ना विसर जाए। ये भी विसार दी है नाम नूं। 4 वजह दसियां ने विसारन दियां बापू ने। मत देख भुल्लां विसरै तेरा चित ना आवे नाओ, फिर कहंदे ने सिद्ध होवां सिद्ध लाई रिद्ध आखां आओ। मैं पुग्या होया सिद्ध बन जा, जोगी बन जा, मैं बहुत सारे जंत्र मंत्र तंत्रां दी साधना कर ला, रिद्धियां सिद्धियां मैं वस विच कर ला। ये ना समझना भी रिद्धियां सिद्धियां नहीं, वो हैगियां ने। ये भी ना समझना भी वो वस विच नहीं हुंदियां, वो वस विच भी हो जांदियां ने। सिरड़ करना पैंदा, पर असी नहीं करना। क्यों नहीं करना? क्योंकि सानू हुक्म है रिद्ध सिद्ध अवरा साध। एक पुग्या जोगी सतलुज के कंढे ते गुरु गोबिंद सिंह नूं वेख के कहन लगा, मत्था टेक के, महाराज मैं जोगी हाँ, मैं बहुत सारियां सिद्धियां हासिल कीतियां। महाराज कहन लगे की कीता है? महाराज सतलुज देख रहे हो? महाराज कहन लगे देख रहा। ਇਹਦੇ ਉੱਤੇ कोई तुर के पार हो सकता है? कहने लगे नहीं, मैं हो सकना। तो देखो जरा, चल पिया, सच्ची मुच्ची तुर के पानी के उत्ते पार हो गया। हजूर ने मलाह नूं सद्दिया, मलाह आया, विच महाराज खड़े हो गए, कहने लगे उस पार लै चल जिधर जोगी खड़ा। खड़े हो गए, खीसे चों 1 टका कढ़िया, मलाह दे हत्थ दे उत्ते रख के कहने लगा, जोगी किन्ने साल लगे ने सीखण च? कहने लगा जी 12 साल। कहने लगे 1 टके का काम सीखिया तू, जिदे पिछे तू 12 साल गवाए ने ना, मैं 1 टका दे के उधरों इधर आ गया वहां। सानू मना किया है, पर यदा मतलब ये नहीं भी ये है नहीं। रिद्धियां सिद्धियां हैगियां ने, पर रिद्ध सिद्ध अवरा साध इन्हां चक्रां च नहीं पैना। सिद्ध होवां मैं पुग्या होया सिद्ध बन जा, सिद्ध लाई रिद्ध आखां आओ। जिवें किसे घर दे नौकर नूं आवाज मारीए, रामू गल सुन, ते रामू भज्जा आवे, मैं सिद्धियां नूं आवाज मारा, सिद्धियो वो खब्बे पासे आके खलो, रिद्धियो वो सज्जे पासे खलो, निधियो वो सामने हथ जोड़ के खलो, मैं एडा पुग्या होया जोगी बन जा। गुप्त प्रगट होए बैसा, मैं स्टेज ते बैठा कथा करा, कथा करदा करदा मैं अलोप हो जा, अदृश्य हो जा, और फिर थोड़ी देर बाद फिर अचानक उत्थे प्रगट होए। लोकी आखण क्या बात है, बड़ियां ताकतां ने। गुप्त प्रगट होए बैसा, लोक राखें पाओ, तो लोकी मेरा मान करन लग पैण। मत देख भुल्लां विसरै तेरा चित ना आवे नाओ। मेरे कोल इन्नियां ताकतां भी आ जान ना, मेरी सुरत विचों तू ना विसरी, क्योंकि जे तू विसर गया ते हर बिन जियो जल बल। एक चीज होर विसार दी है, मोती तां मंदर उसरै पहली, धरती तां हीरे लाल जड़ती दूजी, और सिद्ध होवां सिद्ध लाई रिद्ध आखां आओ तीजी। चौथी की है? सुल्तान होवां, मेल लश्कर फौजां कट्ठियां कर ला, तखत राखां पाओ, हुक्म हासिल करी बैठा, नानका सब वाओ। और मत देख भुल्लां विसरै तेरा चित ना आवे
ਨਾਉ। ਤਖਤਾਂ ਤੇ ਬੈਠ ਕੇ ਵੀ ਰੱਬ ਭੁੱਲ ਜਾਂਦਾ। ਤਾਂ ਇੱਕ ਪੰਜਾਬੀ ਦੀ ਕਹਾਵਤ ਹੈ, ਤਪੋਂ ਰਾਜ ਤੇ ਰਾਜੋਂ ਨਰਕ। ਸਾਰਿਆਂ ਨੂੰ ਨਹੀਂ, ਪਰ ਜਿਹੜੇ ਰਾਜ ਤੇ ਬਹਿ ਕੇ ਵਸਾਰ ਦਿੰਦੇ ਨੇ, ਜਿਹੜੇ ਸਿਤਮ ਕਰਦੇ ਨੇ ਗਰੀਬਾਂ ਨਾਲ, ਇਹ ਉਹਨਾਂ ਦੀ ਗੱਲ ਹੈ। ਜਿਹੜੇ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜੇ ਨੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸਮਰਾਟ ਨੇ, ਉਹਨਾਂ ਨੂੰ ਰਾਜੋਂ ਨਰਕ ਨਹੀਂ ਮਿਲਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ। 4 ਵਜ੍ਹਾ ਦਸੀਆਂ ਗੁਰੂ ਨਾਨਕ ਸਾਹਿਬ ਨੇ ਉਹਦੇ ਭੁੱਲਣ ਦੀਆਂ, ਤੇ ਵਾਰ-ਵਾਰ ਤਰਲਾ ਲਿਆ ਅਕਾਲ ਪੁਰਖ ਵਾਹਿਗੁਰੂ ਅੱਗੇ, ਮਤ ਦੇਖ ਭੁੱਲਾਂ ਵਿਸਰੈ, ਮਤ ਦੇਖ ਭੁੱਲਾਂ ਵਿਸਰੈ, ਮਤ ਦੇਖ ਭੁੱਲਾਂ ਵਿਸਰੈ, ਮਤ ਦੇਖ ਭੁੱਲਾਂ ਵਿਸਰੈ। ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਨੇ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਹਜ਼ੂਰ ਅੰਮ੍ਰਿਤ ਬਾਣੀ ਵਿੱਚ ਕਹਿੰਦੇ ਨੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਓ ਜੀ, ਆਪਣਾ ਨਾਮ ਦੇਓ, ਆਪਣਾ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਆਪਣਾ ਨਾਮ ਦੇਹੋ ਜੀ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗੁਣ ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਨਾਨਕ ਚਾਓ ਇਹੋ ਜੀ, ਨਾਨਕ ਚਾਓ ਇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਰਾਮ ਗੁਸਈਆ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਭਗਤ ਰਵਿਦਾਸ ਮਹਾਰਾਜ। ਮੇਰੀ ਹਰੋ ਵਿਪਤ, ਵਿਪਤ ਵਿਪਤਾ ਮੁਸੀਬਤ। ਕਿਹੜੀ ਮੁਸੀਬਤ ਹੈ ਤੁਹਾਨੂੰ? ਉਹ ਕਹਿਣ ਲੱਗੇ ਜੀ, ਮੈਂ ਸ਼ੁਰੂ 'ਚ ਦੱਸਿਆ ਮੇਰੀ ਸੰਗਤ ਪੋਚ, ਆ ਜਿਹੜੀ ਭੈੜੀ ਸੰਗਤ ਹੈ, ਨੁਕਸਦਾਰ ਮੇਰੀ ਸੰਗਤ ਹੈ, ਇਹ ਮੇਰੇ ਲਈ ਮੁਸੀਬਤ ਹੈ। ਮੇਰੀ ਹਰੋ ਵਿਪਤ, ਇਹ ਮੇਰੀ ਭੈੜੇ ਲੋਕਾਂ ਦੀ ਜਿਹੜੀ ਬਹਿਣੀ ਰੂਪੀ ਮੁਸੀਬਤ ਹੈ, ਇਹਨੂੰ ਹਰੋ, ਇਹਨੂੰ ਦੂਰ ਕਰੋ, ਭਲਿਆਂ ਦੀ ਸ਼ੋਭਤ ਬਖਸ਼ਿਸ਼ ਕਰੋ, ਸਤ ਸੰਗਤ ਬਖਸ਼ਿਸ਼ ਕਰੋ। ਅੱਜ ਕੱਲ੍ਹ ਦੇ ਯੁੱਗ ਵਿੱਚ ਕਹਿ ਲਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੋਭਤ ਬਖਸ਼ਿਸ਼ ਕਰੋ। ਕਿਉਂਕਿ ਜਿਤਨਾ ਸਿੱਖੀਜ਼ਮ ਵਿੱਚ ਸਾਧ ਸੰਗਤ ਗੁਰਦੁਆਰਿਆਂ ਵਿੱਚ ਗੁਰਬਾਣੀ ਪਾਠ ਕੀਰਤਨ ਪ੍ਰਵਾਹ ਦੇ
ਕਥਾ ਦੇ ਪ੍ਰਵਾਹ ਚੱਲਦੇ ਨੇ, ਇਹਨੇ ਕਿਸੇ ਵੀ ਧਰਮ ਵਿੱਚ ਪ੍ਰਵਾਹ ਨਹੀਂ। ਇੰਗਲੈਂਡ ਵਿੱਚ, ਅਮਰੀਕਾ ਵਿੱਚ, ਕੈਨੇਡਾ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ 20% ਜਿਹੜੀਆਂ ਚਰਚਾਂ ਨੇ ਗੁਰਦੁਆਰਿਆਂ ਵਿੱਚ ਰੂਪਾਂਤਰਿਤ ਹੋ ਗਈਆਂ ਨੇ, ਕਿਉਂਕਿ ਕੋਈ ਉਹਨਾਂ ਦਾ ਵਿਧਾਨ ਹੈ ਵੀ ਉਹ ਜਿਹੜੀ ਚਰਚ ਹੈ ਉਹਨੂੰ ਕਿਸੇ ਹੋਰ ਪ੍ਰੋਫੈਸ਼ਨ ਵਾਸਤੇ ਉਹ ਨਹੀਂ ਵਰਤ ਸਕਦੇ। ਪਰ ਇੱਕ ਉਹਦੇ ਵਿੱਚ ਆਪਸ਼ਨ ਹੈ ਵੀ ਕੋਈ ਹੋਰ ਧਰਮ ਸਥਾਨ ਉੱਥੇ ਬਣ ਸਕਦਾ ਹੈ, ਕਿਸੇ ਹੋਰ ਵਪਾਰ ਵਾਸਤੇ ਤੁਸੀਂ ਨਹੀਂ ਵਰਤ ਸਕਦੇ। ਔਰ ਹੋਰ ਸੁਣੋ, ਤੁਸੀਂ ਪੈਸੇ ਉਹਦੇ ਰੁਪਈਏ ਨਹੀਂ ਲੈ ਸਕਦੇ, ਉਹਦੀ ਕੀਮਤ ਨਹੀਂ ਲੈ ਸਕਦੇ। ਤੁਹਾਨੂੰ ਗੁਰਦੁਆਰਾ ਚਲਾਉਣਾ ਪਏਗਾ, 1 ਪਾਉਂਡ ਦੇ ਕੇ ਤੁਸੀਂ ਲਿਖਾ ਲਓ, $1 ਦੇ ਕੇ ਲਿਖਾ ਲਓ। ਮੈਂ ਜਦੋਂ ਸਮੈਥਿਕ ਗਿਆ ਇੰਗਲੈਂਡ, ਤੇ ਭਾਈ ਕੀ ਸਮਾਧ ਵਾਲੇ ਮਹਾਂਪੁਰਸ਼ ਬਾਬਾ ਗੁਰਦੇਵ ਸਿੰਘ ਜੀ, ਉਹਨਾਂ ਦੀ ਸੰਸਥਾ ਉੱਥੇ, ਉਹ ਉਹਨਾਂ ਦੇ ਸੇਵਾਦਾਰ ਉੱਥੇ ਗੱਜਣ ਬਾਬਾ ਜੀ ਚਲਾਉਂਦੇ ਸਨ। ਬੜੀ ਚੰਗੀ ਰੂਹ ਗੱਜਣ ਬਾਬਾ ਜੀ, ਬਾਬਾ ਗੱਜਣ ਸਿੰਘ ਪਹਿਲਵਾਨ ਹੁੰਦੇ ਹਨ, ਪਹਿਲਾਂ ਇੱਥੇ ਕੁਸ਼ਤੀਆਂ ਕਰਦੇ ਹੁੰਦੇ ਹਨ, ਤੇ ਬਾਬਾ ਜੀ ਤੋਂ ਪ੍ਰਭਾਵਿਤ ਹੋ ਕੇ ਉੱਧਰ ਆ ਗਏ, ਤੇ ਫਿਰ ਉਹਨਾਂ ਨੇ ਸਮੈਥਿਕ ਵਾਲੀ ਸੇਵਾ ਉਹਨਾਂ ਨੂੰ ਸੌਂਪ ਦਿੱਤੀ। ਤੇ ਉਹਨਾਂ ਨੇ ਮੈਨੂੰ, ਜਦੋਂ ਮੈਂ ਗਿਆ ਤੇ ਉਹ ਟੇਪਰ ਜਿਹਾ ਬਣਿਆ ਇਸ ਤਰ੍ਹਾਂ, ਕਿਉਂਕਿ ਉਹ ਕੁਰਸੀਆਂ ਲਾਉਂਦੇ ਨੇ ਨਾ, ਤੇ ਕੁਰਸੀਆਂ ਲਾਉਣ ਵਾਸਤੇ ਅੱਗੋਂ ਸਟੇਜ ਤੇ ਸਭ ਕੁਝ, ਜਿੱਥੇ ਉਹ ਥੋੜਾ ਥੋੜਾ ਨਾ ਪਿੱਛੇ ਇਦਾਂ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਇਹ ਗੁਰਦੁਆਰਾ ਬੜਾ ਅਜੀਬ ਜਿਹਾ, ਅੱਗੋਂ ਨੀਵਾਂ ਪਿੱਛੋਂ ਉੱਚਾ। ਉਹਨਾਂ ਫਿਰ ਮੈਨੂੰ ਸਾਰੀ ਵਿਥਿਆ ਦੱਸੀ ਵੀ ਇਹ ਚਰਚ ਹੁੰਦੀ ਸਾ, ਹੋਰ ਵੀ ਕੁਝ ਇਸ ਸੰਬੰਧ ਵਿੱਚ ਉਹਨਾਂ ਨੇ ਗੱਲਾਂ ਬਾਤਾਂ ਦੱਸੀਆਂ। ਖੈਰ, ਮੈਂ ਬੇਨਤੀ ਕਰ ਰਿਹਾ ਸਾਂ ਵੀ ਗੁਰਦੁਆਰਿਆਂ ਵਿੱਚ ਜਿਤਨਾ ਇਹ ਪ੍ਰਵਾਹ ਚੱਲਦਾ ਹੈ, ਇਤਨਾ ਨਾ ਮੰਦਰਾਂ ਵਿੱਚ, ਨਾ ਮਸੀਤਾਂ ਵਿੱਚ, ਨਾ ਗਿਰਜਿਆਂ ਵਿੱਚ, ਨਾ ਮੱਠਾਂ ਵਿੱਚ ਹੈ। ਇੱਥੇ ਹਰ ਵਕਤ ਪ੍ਰਵਾਹ ਚੱਲਦਾ। ਔਰ ਸੰਗਤ ਹੈ ਹੀ ਤਾਂ, ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਉਹ ਬਾਣੀ ਦੇ ਰੂਪ ਚ ਹੋਵੇ, ਕੀਰਤਨ ਦੇ ਰੂਪ ਚ ਹੋਵੇ, ਕਥਾ ਦੇ ਰੂਪ ਚ ਹੋਵੇ, ਕੁਛ ਨਾ ਕੁਛ ਪ੍ਰੋਸੈਸਿੰਗ ਜਿਹੜੀ ਹੈ ਉਹ ਚੱਲਣੀ ਚਾਹੀਦੀ ਹੈ, ਤਾਂ ਸਤ ਸੰਗਤ ਹੈ। ਮੇਰੀ ਹਰੋ ਵਿਪਤ, ਮੈਨੂੰ ਇਸ ਵਿਪਤਾ ਚੋਂ ਦੂਰ ਕੱਢੋ, ਮੇਰੀ ਸ਼ੋਭਤ ਚੰਗਿਆਂ ਦੀ ਬਖਸ਼ੋ, ਮਾੜਿਆਂ ਦੀ ਸ਼ੋਭਤ ਤੋਂ ਮੈਨੂੰ ਬਚਾਓ। ਜਨ ਕਰੋ ਸਿਪਾਹੀ, ਸਿਪਾਹੀ ਮੇਰਾ ਸੁਭਾਅ ਬਦਲ ਦਿਓ। ਕੋਈ ਕਰਦਾ ਇਸ ਤਰ੍ਹਾਂ ਅਰਦਾਸ ਗੁਰੂ ਗ੍ਰੰਥ ਸਾਹਿਬ ਅੱਗੇ? ਬੇਟੀ ਦੇ ਬੈਂਡ ਜ਼ਿਆਦੇ ਆ ਜਾਣ, ਬੇਟਾ ਮੈਰਿਟ ਵਿੱਚ ਆ ਜਾਏ, ਕਾਰੋਬਾਰ ਵੱਧ ਜਾਏ, ਪਲਾਟ ਜਿਹੜਾ ਵਿਕਦਾ ਨਹੀਂ ਪਿਆ ਵਿਕ ਜਾਏ। ਬੜੀਆਂ ਅਰਦਾਸਾਂ ਮੈਂ ਵੀ ਕਰਨਾ, ਤੁਸੀਂ ਵੀ ਕਰਦੇ ਹੋ। ਕੋਈ ਇਸ ਤਰ੍ਹਾਂ ਦੀ ਅਰਦਾਸ ਕਰਦਾ, ਵਾਹਿਗੁਰੂ ਮੇਰਾ ਸੁਭਾਅ ਬਦਲ ਦੇ, ਜਿਹੜਾ ਮੇਰਾ ਕਰਖਤ ਸੁਭਾਅ ਹੈ, ਭੈੜਾ ਸੁਭਾਅ ਹੈ, ਜਿਹੜੀ ਮੇਰੀ ਕੌੜੀ ਬੋਲੀ ਉਹਨੂੰ ਮਿੱਠੀ ਵਿੱਚ ਰੂਪਾਂਤਰ। ਕਦੀ ਕੀਤੀ ਨਹੀਂ ਅਰਦਾਸ, ਤੇ ਉਹ ਕਰੇ ਕੀ? ਪ੍ਰਯਾਸ ਕਰੀਏ ਆਪਣੇ ਵੱਲੋਂ ਤੇ ਅਰਦਾਸ ਕਰੀਏ, ਸੁਭਾਅ ਵੀ ਬਦਲ ਜਾਂਦੇ ਨੇ। ਇਹ ਵਾਰਿਸ ਸ਼ਾਹ ਦਾ ਆਪਣਾ ਵਿਚਾਰ ਹੈ ਵੀ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਪਰ ਗੁਰਮਤ ਕਹਿੰਦੀ ਹੈ ਬਦਲ ਸਭ ਕੁਝ ਸਕਦਾ ਹੈ, ਅਸੰਭਵ ਕੁਛ ਵੀ ਨਹੀਂ, ਪਰ ਉਹਦੇ ਲਈ ਪ੍ਰਯਾਸ ਕਰਨਾ ਪੈਂਦਾ, ਅਰਦਾਸ ਵੀ ਕਰਨੀ ਪੈਂਦੀ। ਮੇਰੀ ਹਰੋ ਵਿਪਤ ਜਨ ਕਰੋ ਸਿਪਾਹੀ, ਮੇਰਾ ਸੁਭਾਅ ਬਦਲ ਦਿਓ, ਮੈਨੂੰ ਸੁਹਿਰਦ ਬਣਾ ਦਿਓ। ਚਰਨ ਨਾ ਛਾਡੋ ਸਰੀਰ ਕਲ ਜਾਏ, ਸਰੀਰ ਕਲ ਜਾਈ, ਸਰੀਰ ਦੀ ਸੱਤਾ ਭਾਵੇਂ ਚਲੀ ਜਾਏ, ਪਰ ਮੈਂ ਤੇਰੇ ਘੁੱਟ ਕੇ ਚਰਨ ਪਕੜੇ ਹੋਏ ਨੇ, ਮੈਂ ਹੁਣ ਨਹੀਂ ਛੱਡਣੇ। ਇਸ ਤਰ੍ਹਾਂ ਦਾ ਸਾਡੇ ਅੰਦਰ ਚਾਹ ਹੋਵੇ, ਅੰਤਰਾਤਮੇ ਜੱਫਾ ਹੀ ਮਾਰ ਕੇ ਬੈਠ ਜਾਈਏ ਵਾਹਿਗੁਰੂ ਦੇ ਚਰਨਾਂ ਨੂੰ, ਗੁਰੂ ਦੇ ਚਰਨਾਂ ਨੂੰ। ਅਖੀਰ ਚ ਕਹਿੰਦੇ ਨੇ, ਕਹੋ ਰਵਿਦਾਸ ਪਰੋਂ ਤੇਰੀ ਸ਼ਾਂਭਾ, ਸ਼ਾਂਭਾ ਸ਼ਰਨ, ਮੈਂ ਤੇਰੀ ਸ਼ਰਨ ਡਿੱਗ ਪਿਆ ਵਾਂ। ਭਾਵੇਂ ਮੇਰੀ ਸੰਗਤ ਭੈੜਿਆਂ ਦੀ ਹੋਈ ਹੈ, ਪਰ ਮੈਂ ਤੇਰੀ ਸ਼ਰਨ ਆ ਕੇ ਢਹਿ ਪਿਆ ਵਾਂ ਨਾ। ਬੇਗ ਮਿਲੋ ਜਨ, ਛੇਤੀ ਮਿਲ ਹੁਣ ਮੈਨੂੰ, ਕਰ ਨਾ ਬਿਲੰਬਾ, ਦੇਰ ਨਾ ਕਰ, ਢਿੱਲ ਨਾ ਕਰ, ਜਿੰਨੀ ਛੇਤੀ ਹੋ ਸਕੇ ਆ ਕੇ ਮੈਨੂੰ ਬਗਲਗੀਰ ਕਰ ਲੈ, ਮੈਨੂੰ ਗਲਵਕੜੀ ਚ ਲੈ ਲੈ, ਮੇਰੇ ਸਾਰੇ ਦੁੱਖ ਹਾਰ ਦੇ। ਤੋ ਕੇਂਦਰੀ ਭਾਵ ਸ਼ਬਦ ਦਾ ਹੈ ਬਈ ਅਸੀਂ ਗੁਰੂ ਚਰਨਾਂ ਚ ਅਰਦਾਸ ਕਰਨੀ ਹੈ, ਮੇਰੀ ਸੰਗਤ ਪੋਚ ਐਕਸੈਪਟ ਕਰਨਾ, ਮੰਨ ਲੈਣਾ, ਕਬੂਲ ਕਰ ਲੈਣਾ ਬਈ ਮੇਰੀ ਚੰਗਿਆਂ ਦੀ ਸੰਗਤ ਨਹੀਂ, ਜੇ ਨਹੀਂ ਤੇ। ਔਰ ਕਹਿਣਾ ਸੋਚ ਦਿਨ ਰਾਤੀ, ਦਿਨ ਰਾਤ ਇਹੋ ਚਿੰਤਾ ਮੈਨੂੰ ਲੱਗੀ ਰਹਿੰਦੀ ਹੈ, ਮੇਰੀ ਹਰੋ ਵਿਪਤ, ਮੇਰੀ ਭੈੜੀ ਸੰਗਤ ਰੂਪੀ ਬਹਿਣ ਦੀ ਜਿਹੜੀ ਵਿਪਤਾ ਪਈ ਹੈ ਮੇਰੇ ਤੇ, ਇਹਨੂੰ ਦੂਰ ਕਰ ਦਿਓ। ਇਹ ਕੇਂਦਰੀ ਭਾਵ ਹੈ, ਸੈਂਟਰਲ ਆਈਡੀਆ ਹੈ। ਤੋ ਅਸੀਂ ਵੀ ਇਸ ਤਰ੍ਹਾਂ ਅਰਦਾਸ ਕਰੀਏ ਤਾਂ ਤੇ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਮਾਂ ਵਾਕਾਂ ਅਨੁਸਾਰ ਜੀਵਨ ਸਫਲ ਹੋ ਜਾਏ ਜੀ। ਸੋ ਸਾਧ ਸੰਗਤ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ